ਜਨ ਕੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੁਛ ਪ੍ਰਸੰਗ ਹੈ ਰਾਏ ਕੋ ਦਈ ਗੁਰੂ ਤਲਵਾਰ। ਸੁਣੀਐ ਸਰੋਤਾ ਪ੍ਰੀਤ ਧਾਰ। ਸੁਣੀਐ ਸਰੋਤਾ ਪ੍ਰੀਤ ਧਾਰ ਕਰ। ਅਬ ਹੈ ਉਚਾਰ ਕਰ ਅਬ ਹੈ ਉਚਾਰ। ਕੁਛ ਪ੍ਰਸੰਗ ਹੈ ਰਾਏ ਕੋ ਦਈ ਗੁਰੂ ਤਲਵਾਰ। ਸੁਣੀਐ ਸਰੋਤਾ ਪ੍ਰੀਤ ਧਾਰ ਕਰਮ ਅਬ ਹੈ ਉਚਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਆਦ ਨਿਰੰਜਨ ਹੈ ਗੁਰੂ ਨਾਨਕ। ਧਾਰ ਕੈ ਮੂਰਤ ਹੈ ਜਗ ਆਇਓ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਵਨੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਆਪਣੇ ਅੰਮ੍ਰਿਤਮਈ ਦੀਦਾਰ ਬਖਸ਼ਿਸ਼ ਕੀਤੇ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਪਾਵਨੇ ਅਸਥਾਨ ਤੇ ਦਸ਼ਮੇਸ਼ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਇਤਿਹਾਸ ਦੀ ਲੜੀਵਾਰ ਗਾਥਾ ਚੱਲ ਰਹੀ ਹੈ। ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਲੰਮੇ ਜੱਟਪੁਰੇ ਤੋਂ ਰਾਏ ਕੱਲੇ ਦੇ ਪਾਸੋਂ ਮਹਾਰਾਜ ਸਾਹਿਬ ਜੀ ਅੱਗੇ ਚੱਲੇ ਹਨ। ਵੱਖ-ਵੱਖ ਨਗਰਾਂ ਥਾਣੀ ਹੁੰਦੇ ਹੋਏ ਗਰੀਬ ਨਵਾਜ ਸਤਿਗੁਰੂ ਜੀ ਦੀਨੇ ਵਿੱਚ ਪਹੁੰਚੇ ਹਨ। ਜੋ ਦੀਨਾ ਤੇ ਕਾਂਗੜ ਹੈ, ਕਾਂਗੜ ਦੇ ਵਿੱਚੋਂ ਹੀ ਨਿਕਲ ਕਰਕੇ ਦੀਨਾ ਵਸਿਆ ਹੈ। ਭਾਈ ਸੰਤੋਖ ਸਿੰਘ ਜੀ ਨੇ ਦੱਸਿਆ। ਮਹਾਰਾਜ ਸਾਹਿਬ ਜੀ ਦੀਨੇ ਨਗਰ ਦੇ ਵਿੱਚ ਪਹੁੰਚੇ ਹਨ। ਔਰ ਜਿਸ ਵੇਲੇ ਗਰੀਬ ਨਵਾਜ ਸਾਹਿਬ ਜੀ ਲੰਮੇ ਜੱਟਪੁਰੇ ਪਹੁੰਚੇ ਸਨ, ਉਹ ਪ੍ਰਸੰਗ ਇੱਥੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਤਾਂ ਨਹੀਂ ਆਇਆ ਹੈ, ਪਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਦਿੱਤਾ ਹੈ। ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ ਵੀ ਜਿਸ ਵੇਲੇ ਮਹਾਰਾਜ ਸਾਹਿਬ ਜੀ ਰਾਏ ਕੱਲੇ ਦੇ ਪਾਸ ਪਹੁੰਚੇ ਸਨ ਤੇ ਕੁਝ ਗੁੱਜਰ ਮਿਲੇ ਮਹਾਰਾਜ ਸਾਹਿਬ ਜੀ ਨੂੰ ਉਸ ਵੇਲੇ, ਜੋ ਆਪਣੀਆਂ ਮੱਝਾਂ ਗਾਵਾਂ ਲੈ ਕੇ ਜਾ ਰਹੇ ਸਨ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਉਹਨਾਂ ਗੁੱਜਰਾਂ ਨੂੰ ਬਚਨ ਕੀਤਾ ਕਿ ਸਾਨੂੰ ਕੁਝ ਦੁੱਧ ਚੋ ਕੇ ਦਿਓ। ਇਹ ਭਾਈ ਵੀਰ ਸਿੰਘ ਜੀ ਨੇ ਲਿਖਿਆ। ਇਸ ਪਵਿੱਤਰ ਗ੍ਰੰਥ ਵਿੱਚ ਉਹ ਪ੍ਰਸੰਗ ਨਹੀਂ ਆਇਆ ਵੀ ਜਿਸ ਵੇਲੇ ਮਹਾਰਾਜ ਨੇ ਬਚਨ ਕੀਤਾ ਵੀ ਸਾਨੂੰ ਕੁਝ ਦੁੱਧ ਚੋ ਕੇ ਦਿਓ, ਅਸੀਂ ਦੁੱਧ ਛਕਣਾ ਹੈ,
ਤੇ ਉਹਨਾਂ ਦੇ ਪਾਸ ਮੱਝਾਂ ਤੇ ਲਵੇਰੀਆਂ ਸੀ, ਪਰ ਉਹਨਾਂ ਨੇ ਮਖੌਲ ਕੀਤਾ ਗੁਰੂ ਸਾਹਿਬ ਜੀ ਦੇ ਨਾਲ। ਉਹਨਾਂ ਆਖਿਆ ਵੀ ਆ ਪਿੱਛੇ ਜਿਹੜਾ ਮਾਹੀ ਆ ਰਿਹਾ ਨਾ, ਨੂਰਾ ਮਾਹੀ, ਜਿਸ ਨੇ ਫਿਰ ਸਾਹਿਬਜ਼ਾਦਿਆਂ ਦੀ ਸਾਰੀ ਵਾਰਤਾ ਸਰਹੰਦ ਤੋਂ ਖਬਰ ਲਿਆ ਕੇ ਸੁਣਾਈ, ਆਪਾਂ ਉਹ ਪ੍ਰਸੰਗ ਸਾਰਾ ਸਰਵਣ ਕੀਤਾ ਵੀ ਉਹ ਮੱਝਾਂ ਸਾਂਭਣ ਵਾਲੇ ਨੂੰ ਹੀ ਮਾਹੀ ਕਿਹਾ ਜਾਂਦਾ। ਰਾਏ ਕੱਲੇ ਦਾ ਉਹ ਚਰਵਾਹਾ ਸੀ, ਮਾਹੀ ਸੀ। ਵੀ ਜਿਹੜਾ ਪਿੱਛੇ ਮਾਹੀ ਆ ਰਿਹਾ ਵਾ, ਉਹਦੇ ਕੋਲੇ ਗਾਂ ਲਵੇਰੀ ਆ, ਉਹਦੇ ਤੋਂ ਤੁਸੀਂ ਦੁੱਧ ਲੈ ਲਵੋ, ਸਾਡੀਆਂ ਤਾਂ ਇਹ ਲਵੇਰੀਆਂ ਨਹੀਂ, ਉਹਦੇ ਕੋਲੇ ਲਵੇਰੀ ਆ। ਆਮ ਕਈਆਂ ਗੁਰਮੁਖਾਂ ਨੇ ਅਵਸਰ ਝੋਟੀ ਦਾ ਵੀ ਜ਼ਿਕਰ ਕੀਤਾ ਹੈ, ਪਰ ਭਾਈ ਵੀਰ ਸਿੰਘ ਨੇ ਗਾਂ ਦਾ ਹੀ ਜ਼ਿਕਰ ਕੀਤਾ ਹੈ। ਤਾਂ ਉਹਨਾਂ ਨੇ, ਗੁੱਜਰਾਂ ਨੇ ਮਖੌਲ ਕੀਤਾ ਦਸ਼ਮੇਸ਼ ਪਾਤਸ਼ਾਹ ਦੇ ਨਾਲ, ਮਸ਼ਕਰੀ ਕੀਤੀ। ਜਦੋਂ ਮਹਾਰਾਜ ਸਾਹਿਬ ਜੀ ਨੂੰ ਉਹ ਆ ਕੇ ਨੂਰਾ ਮਾਹੀ ਮਿਲਿਆ ਤੇ ਉਹਦੇ ਕੋਲੇ ਜਿਹੜੀਆਂ ਗਾਵਾਂ ਸੀ, ਜਾਂ ਉਸ ਮੌਕੇ ਦੇ ਉੱਤੇ ਉਹਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਨਾਲ ਤਾਂ ਮਖੌਲ ਕਰਕੇ ਚਲੇ ਗਏ, ਤੇ ਮੇਰੀ ਜਿਹੜੀ ਗਾਂ ਆ ਇਹ ਤਾਂ ਲਵੇਰੀ ਨਹੀਂ ਹੈ। ਪਰ ਗੁਰੂ ਸਾਹਿਬ ਜੀ ਨੇ ਉਸ ਵੇਲੇ ਬਚਨ ਕੀਤਾ ਵੀ ਕੋਈ ਗੱਲ ਨਹੀਂ ਜੀ, ਉਹ ਮਖੌਲ ਕਰਕੇ ਚਲੇ ਗਏ ਆ, ਤੇ ਮਖੌਲ ਵੀ ਕਰਨ ਵਾਸਤੇ ਹੀ ਬਣੇ, ਮਸ਼ਕਰੀਆਂ ਵੀ ਕਰਨ ਵਾਸਤੇ ਬਣੀਆਂ। ਉਸ ਵੇਲੇ ਮਹਾਰਾਜ ਨੇ ਇਹ ਬਚਨ ਨਹੀਂ ਕੀਤਾ ਹੋਰ ਕੋਈ ਵੀ। ਭਾਈ ਵੀਰ ਸਿੰਘ ਜੀ ਨੇ ਆਖਿਆ ਕਿ ਮਹਾਰਾਜ ਕਹਿਣ ਲੱਗੇ ਕੋਈ ਨਹੀਂ, ਜੇ ਉਹ ਮਖੌਲ ਕਰਕੇ ਚਲੇ ਗਏ ਆ, ਉੱਥੇ ਬਚਨ ਵੀ ਕਰ ਸਕਦੇ ਸੀ ਵੀ ਜੇ ਉਹ ਕਹਿੰਦੇ ਵੀ ਸਾਡੀਆਂ ਫੰਡੜਾਂ, ਤੇ ਫਿਰ ਫੰਡੜਾਂ ਵੀ ਹੋ ਜਾਣੀਆਂ ਸੀ ਜੇ ਵਜਨ ਕਹਿ ਦਿੰਦੇ। ਪਰ ਕਹਿਣ ਲੱਗੇ ਨੇ ਕੋਈ ਨਹੀਂ, ਜੇ ਮਖੌਲ ਕੀਤਾ ਹੈ ਤੇ ਮਖੌਲ ਵੀ ਕਰਨ ਵਾਸਤੇ ਹੀ ਆ ਸੰਸਾਰ 'ਚ, ਵੀ ਹਰ ਇੱਕ ਦਾ ਸੁਭਾਅ ਆਪਣਾ ਆਪਣਾ। ਉਂਝ ਐਸਾ ਵੀ ਲਿਖਿਆ ਹੈ ਗੁਰਮੁਖਾਂ ਨੇ, ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ। ਕਈ ਵਾਰੀ ਮਖੌਲ ਮਹਿੰਗਾ ਵੀ ਪੈ ਜਾਂਦਾ। ਉਹ ਤਾਂ ਅੱਗੇ ਵੀ ਕਿਸ ਤਰ੍ਹਾਂ ਦਾ ਸੁਭਾਅ ਹੈ, ਕਿਸ ਤਰ੍ਹਾਂ ਦਾ ਬਚਨ ਹੈ। ਸੰਤਨ ਸੇਤੀ ਮਸ਼ਕਰੀ ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰਨ ਹੁਜਤਾਂ ਕਰਨ ਪਲੀਤ। ਜਿਹੜੇ ਭਾਗਾਂ ਵਾਲੇ ਉਹ ਸੇਵਾ ਕਰਦੇ ਆ, ਜਿਹੜੇ ਪਲੀਤ ਵਾ ਉਹ ਹੁਜਤਾਂ ਕਰਦੇ। ਉਂਝ ਮਸ਼ਕਰੀ ਕਈ ਵਾਰੀ ਮਹਿੰਗੀ ਪੈ ਜਾਂਦੀ ਹੈ। ਇਤਿਹਾਸ ਵਿੱਚ ਕਈ ਪ੍ਰਸੰਗ ਵਾ, ਗੁਰੂ ਕੀ ਬਾਣੀ ਵਿੱਚ ਵੀ ਜ਼ਿਕਰ ਵਾ, ਜਾਦਵ ਕੁਲ ਵਾਲਿਆਂ ਨੇ ਭਗਵਾਨ ਕ੍ਰਿਸ਼ਨ ਦੇ ਗੁਰੂ ਦੇ ਨਾਲ ਮਸ਼ਕਰੀ ਕੀਤੀ ਸੀ। ਭਗਤ ਨਾਮਦੇਵ ਜੀ ਦਾ ਸ਼ਬਦ ਆ, ਜਿਸ ਵੇਲੇ ਦੁਰਬਾਸ਼ਾ ਦੇ ਨਾਲ ਮਸ਼ਕਰੀ ਕੀਤੀ ਨਾ, ਭਗਵਾਨ ਕ੍ਰਿਸ਼ਨ ਦੇ ਗੁਰੂ ਸੀ ਦੁਰਬਾਸ਼ਾ ਰਿਸ਼ੀ, ਤੇ ਉਹਨਾਂ ਦਾ ਸੁਭਾਅ ਕੁਝ ਇਸ ਤਰ੍ਹਾਂ ਦਾ ਸੀ, ਸਖਤੀ ਸੁਭਾਅ ਸੀ। ਤੇ ਭਗਵਾਨ ਕ੍ਰਿਸ਼ਨ ਦੇ ਬੇਟੇ ਦੇ ਪੇਟ ਦੇ ਉੱਤੇ ਇੱਕ ਲੋਹੇ ਦਾ ਬਾਟਾ ਬੰਨ੍ਹ ਕੇ ਨਾ, ਚੰਗੀ ਤਰ੍ਹਾਂ ਅੱਗੇ ਨੂੰ ਵਧਾ ਕੇ, ਤੇ ਮਾਈਆਂ ਵਾਲੇ ਕੱਪੜੇ ਪਵਾ ਕੇ, ਤੇ ਉਹ ਲੈ ਗਏ ਦਰਬਾਸ਼ਾ ਰਿਸ਼ੀ ਦੇ ਅੱਗੇ। ਕਹਿੰਦੇ ਗੁਰੂ ਜੀ ਇਹਨੂੰ ਕੀ ਜੰਮੇਗਾ, ਇਹਦੀ ਕੁੱਖ ਤੇ ਕੀ ਪੈਦਾ ਹੋਵੇਗਾ, ਪੁੱਤਰ ਹੋਵੇਗਾ ਕਿ ਧੀ ਹੋਵੇਗੀ। ਉਸ ਰਿਸ਼ੀ ਨੇ ਆਖਿਆ ਵੀ ਜਾਓ ਤੁਸੀਂ ਆਪਣਾ ਕੰਮ ਕਰੋ, ਮੈਨੂੰ ਆਪਣਾ ਕਰਨ ਦਿਓ। ਵਾਰ-ਵਾਰ ਉਹਨੂੰ ਜਦੋਂ ਸਤਾਇਆ, ਉਹਨੇ ਕਿਹਾ ਤੁਹਾਡੀ ਕੁਲ ਨੂੰ ਨਾਸ ਕਰਨ ਵਾਲਾ ਪੈਦਾ ਹੋਵੇਗਾ, ਤੁਹਾਡੀ ਕੁਲ ਨੂੰ ਨਾਸ ਕਰਨ ਵਾਲਾ ਪੈਦਾ ਹੋਵੇਗਾ। ਫਿਰ ਭਗਵਾਨ ਕ੍ਰਿਸ਼ਨ ਦੇ ਕੋਲੇ ਗਏ, ਦੁਆਪਰ ਯੁੱਗ ਦੇ ਅਵਤਾਰ ਉਹਨਾਂ ਦੇ ਕੋਲੇ ਗਏ ਵੀ ਤੁਹਾਡੇ ਗੁਰੂ ਜੀ ਨੇ ਆਹ ਬਚਨ ਕੀਤਾ, ਅਸੀਂ ਤੇ ਹੱਸਦਿਆਂ ਖੇਡਦਿਆਂ ਮਸ਼ਕਰੀ ਕਰਦਿਆਂ ਚਲੇ ਗਏ ਸਾਂ। ਕਹਿੰਦੇ ਵੀ ਹੁਣ ਗੁਰੂ ਮੇਰੇ ਦਾ ਬਚਨ ਤੇ ਹੋਣਾ ਪੂਰਾ, ਹੁਣ ਇਹ ਬਾਟਾ ਜਿਹੜਾ ਇਹਦਾ ਖੁਰਾ ਖੋਜ ਹੀ ਮੇਟ ਦਿਓ, ਇਹਨੂੰ ਰਗੜ ਕੇ ਖਤਮ ਕਰ ਦਿਓ। ਕਹਿੰਦੇ ਉਹਨੂੰ ਰਗੜ ਕੇ ਜਿਹੜਾ ਸਾਰਾ ਖਤਮ ਕੀਤਾ, ਘਸਾ ਕੇ ਥੋੜਾ ਜਿਹਾ ਰਹਿ ਗਿਆ, ਜਦੋਂ ਤੇ ਸਮੁੰਦਰ 'ਚ ਸੁੱਟ ਦਿੱਤਾ। ਮੱਛੀ ਨੇ ਨਿਗਲ ਲਈ ਉਹ ਪੱਤਰੀ ਜੀ, ਮਛੇਰੇ ਨੇ ਮੱਛੀ ਫੜੀ ਤੇ ਉਹਨੇ ਆਪਣਾ ਕੰਮ ਕੀਤਾ। ਜਦੋਂ ਉਹਦਾ ਚੀਰ ਫਾੜ ਕੀਤਾ, ਵਿੱਚੋਂ ਪੱਤਰੀ ਨਿਕਲੀ, ਪ੍ਰਾਪਤ ਹੋਈ। ਉਹ ਪੱਤਰੀ ਨੂੰ ਕੁੱਟ ਕੇ ਤਿੱਖਾ ਕਰਕੇ ਉਹਦਾ ਤੀਰ ਬਣਾ ਕੇ ਤੇ
ਉਹ ਕਾਨੀ ਦੇ ਅੱਗੇ ਲਾ ਲਈ ਤੀਰ ਵਜੋਂ। ਤੇ ਜਾਦਵ ਕੋਲ ਜਿਹੜੀ ਹੈ ਉਹ ਕਹਿੰਦੇ ਸ਼ਰਾਬ ਪੀ ਕਰਕੇ ਉਹ ਬਚਨ ਹੋਇਆ ਸੀ, ਆਪਸ ਵਿੱਚ ਲੜ ਲੜ ਕੇ ਬਹੁਤੇ ਮਰੇ। ਉਹ ਜਿਹੜਾ ਤੀਰ ਸੀ ਉਹੋ ਹੀ ਪੱਤਰੀ ਤੀਰ ਬਣਿਆ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ 'ਚ ਵੀ ਪੌੜੀ 'ਚ ਜ਼ਿਕਰ ਆਉਂਦਾ, ਜੰਗਲ ਵਿੱਚ ਬੈਠੇ ਆ ਭਗਵਾਨ ਕ੍ਰਿਸ਼ਨ ਤੇ ਗੋਡੇ ਤੇ ਲੱਤ ਰੱਖੀ ਹੋਈ ਆ, ਦਰਖਤ ਦੇ ਹੇਠਾਂ ਬੈਠੇ ਲੰਮੇ ਪਏ, ਗੋਡੇ ਉੱਤੇ ਹੱਥ ਲੱਤ ਰੱਖੀ, ਪੈਰ ਰੱਖਿਆ ਹੋਇਆ ਤੇ ਪੈਰ ਦੇ ਵਿੱਚ ਸੀ ਪਦਮ, ਪਦਮ ਚਮਕਦਾ ਹੈ। ਬੱਧਕ ਆਇਆ ਭਾਲਦਾ, ਉਹ ਸ਼ਿਕਾਰੀ ਆਇਆ ਭਾਲਦਾ, ਉਹਨੇ ਦੂਰੋਂ ਵੇਖਿਆ, ਉਹਨੇ ਕਿਹਾ ਉਹ ਲਿਸ਼ਕਦੀ ਕੋਈ ਚੀਜ਼, ਲੱਗਦਾ ਹਿਰਨ ਵਾ, ਮਿਰਕ ਵਾ। ਤੀਰ ਮਾਰਿਆ ਤੇ ਤੀਰ ਜਾ ਕੇ ਵੱਜਾ ਭਗਵਾਨ ਕ੍ਰਿਸ਼ਨ ਤੇ। ਜਦੋਂ ਜਾ ਕੇ ਵੇਖਿਆ ਤੇ ਲਹੂ ਲੁਹਾਨ, ਤੀਰ ਖੁੱਬਾ ਹੋਇਆ। ਉਹ ਮਾਫੀ ਮੰਗਦਾ ਕਿ ਮੈਂ ਤਾਂ ਹਿਰਨ ਜਾਣ ਕੇ ਮਾਰਿਆ ਸੀ। ਕਹਿੰਦੇ ਨਹੀਂ, ਇਹ ਤਾਂ ਸਾਡੇ ਗੁਰੂ ਦਾ ਬਚਨ ਹੋਇਆ ਸੀ, ਇਹ ਪੂਰਾ ਹੋਣਾ ਹੀ ਸੀ। ਗੱਲ ਮਸ਼ਕਰੀ ਤੋਂ ਸ਼ੁਰੂ ਹੋਈ ਤੇ ਕਿੱਧਰ ਨੂੰ ਗਈ। ਉਹਨਾਂ ਨੇ ਮਸ਼ਕਰੀ ਕੀਤੀ, ਪਰ ਸਤਿਗੁਰੂ ਗਰੀਬ ਨਵਾਜ ਮੌਜ ਦੇ ਮਾਲਕ ਉਹ ਮਾਹੀ ਨੂੰ, ਮੱਝਾਂ ਚਾਰਨ ਵਾਲੇ ਨੂੰ ਆਖਿਆ ਕੋਈ ਗੱਲ ਨਹੀਂ, ਜੇ ਉਹ ਮਸ਼ਕਰੀ ਕਰਕੇ ਚਲੇ ਗਏ ਆ, ਤੇਰੀ ਗਾਂ ਜੇ ਲਵੇਰੀ ਨਹੀਂ ਵੀ ਨਾ ਤੇ ਇਹਦੇ ਥੱਲੇ ਬੈਠ ਕਰਕੇ ਤੂੰ ਦੁੱਧ ਚੋ। ਉਹਨੇ ਦੁੱਧ ਚੋਇਆ। ਪਹਿਲਾਂ ਵੀ ਬੇਨਤੀ ਸਾਂਝੀ ਕੀਤੀ, ਭਾਈ ਸਾਹਿਬ ਜੀ ਨੇ ਗਾਂ ਦਾ ਜ਼ਿਕਰ ਕੀਤਾ। ਉਂਝ ਕਈਆਂ ਨੇ ਆਖਿਆ ਹੈ ਵੀ ਅਵਸਰ ਝੋਟੀ ਸੀ, ਝੋਟੀ ਚੋਈ ਉਸ ਵੇਲੇ, ਤੇ ਮਹਾਰਾਜ ਨੇ ਆਪਣੇ ਕੋਲੋਂ ਗੰਗਾ ਸਾਗਰ ਦਿੱਤਾ, ਇੱਕ ਬਰਤਨ ਦਿੱਤਾ ਜਿਹਦੇ ਵਿੱਚ ਕਈ ਛੇਕ ਸੀ, ਕਈ ਛੇਕ। ਜਿੰਨਾ ਚਿਰ ਉਹ ਚੋਂਦਾ ਰਿਹਾ ਤੇ ਉਹ ਛੇਕਾਂ ਖਾਣੀ, ਦੁੱਧ ਸਿਮਦਾ ਵੀ ਰਿਹਾ ਬਾਹਰ। ਤੇ ਜਿਸ ਵੇਲੇ ਪੂਰਾ ਉੱਤੋਂ ਤੀਕ ਭਰ ਗਿਆ ਤੇ ਫਿਰ ਬਾਹਰ ਡੁੱਲਣੋਂ ਅੜ ਗਿਆ। ਉਹਨੇ ਭਰ ਕੇ ਦਿੱਤਾ ਮਹਾਰਾਜ ਸਾਹਿਬ ਜੀ ਨੂੰ ਤੇ ਗੁਰੂ ਸਾਹਿਬ ਜੀ ਨੇ ਦੁੱਧ ਛਕਿਆ। ਗਰੀਬ ਨਵਾਜ ਕਲਗੀਧਰ ਪਾਤਸ਼ਾਹ ਜੀ ਨੇ ਦੁੱਧ ਛਕਣ ਤੋਂ ਬਾਅਦ ਉਹ ਜਿਹੜਾ ਗੰਗਾ ਸਾਗਰ ਸੀ, ਉਹ ਬਰਤਨ ਸੀ ਕਈਆਂ ਛੇਕਾਂ ਵਾਲਾ, ਉਹ ਫਿਰ ਮਹਾਰਾਜ ਸਾਹਿਬ ਜੀ ਨੇ ਉਹ ਨੂਰੇ ਮਾਹੀ ਨੂੰ ਹੀ ਦੇ ਦਿੱਤਾ ਵੀ ਇਹ ਹੁਣ ਤੂੰ ਆਪਣੇ ਪਾਸ ਰੱਖ, ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਰਾਹੀਂ ਤੇਰੀਆਂ ਪੀੜ੍ਹੀਆਂ ਰੱਜਣਗੀਆਂ। ਤੇਰੀਆਂ, ਤੂੰ ਸਾਨੂੰ ਦੁੱਧ ਛਕਾਇਆ ਹੈ, ਅਸੀਂ ਦੁੱਧ ਛਕ ਕੇ ਇਸ ਵੇਲੇ ਤ੍ਰਿਪਤ ਹੋਏ ਹਾਂ। ਤੇ ਮਹਾਰਾਜ ਕਹਿਣ ਲੱਗੇ ਤੇਰੀਆਂ ਪੀੜ੍ਹੀਆਂ ਰੱਜਣਗੀਆਂ। ਗੁਰੂ ਸਾਹਿਬ ਜੀ ਨੂੰ ਦੁੱਧ ਛਕਾਇਆ ਇੱਕ ਵੇਲੇ ਤੇ ਐਸਾ ਬਚਨ ਬਖਸ਼ਿਸ਼ ਭਰਿਆ ਹੋਇਆ ਵੀ ਪੀੜ੍ਹੀਆਂ ਰੱਜਣਗੀਆਂ ਤੇਰੀਆਂ। ਤੇ ਅੱਜ ਵੀ ਉਹਦੀਆਂ ਪੀੜ੍ਹੀਆਂ ਦੇ ਪਾਸ ਅੱਗੇ ਤੋਂ ਅੱਗੇ ਉਹ ਗੰਗਾ ਸਾਗਰ ਹੈ। ਪਿਛਲੇ ਸਮੇਂ ਵਿੱਚ ਇੱਧਰ ਲੈ ਕੇ ਵੀ ਆਏ ਸੀ ਉਹ, ਤੇ ਸਾਰੇ ਥਾਵਾਂ ਦੇ ਉੱਤੇ ਦਰਸ਼ਨ ਵੀ ਕਰਵਾਏ ਸੀ, ਵੱਡੇ ਵੱਡੇ ਸ਼ਹਿਰਾਂ ਵਿੱਚ ਵੀ, ਬੰਬੇ, ਕਲਕੱਤੇ ਆਦਿਕ ਸਭ ਥਾਵਾਂ ਦੇ ਉੱਤੇ, ਤੇ ਬਾਹਰਲੇ ਮੁਲਕਾਂ 'ਚ ਵੀ ਲੈ ਕੇ ਜਾਂਦੇ, ਕੈਨੇਡਾ ਅਮਰੀਕਾ ਦੇ ਵਿੱਚ ਵੀ। ਜਦੋਂ ਲਿਜਾ ਕੇ ਉਹ ਰੱਖਦੇ ਆ ਉਹਦੀ ਬੰਸ ਵਾਲੇ ਗੁਰਮੁਖ ਪਿਆਰੇ ਵੀ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਬਜ਼ੁਰਗ ਨੂੰ ਦਿੱਤਾ ਸੀ, ਜਿਸ ਵੇਲੇ ਮਹਾਰਾਜ ਸਾਹਿਬ ਜੀ ਨੂੰ ਦੁੱਧ ਛਕਾਇਆ ਸੀ। ਤੇ ਫਿਰ ਸੰਗਤਾਂ ਦਰਸ਼ਨ ਕਰਨ ਵਾਸਤੇ ਆਉਂਦੀਆਂ ਤੇ ਮਾਇਆ ਦੇ ਢੇਰ ਲਾਉਂਦੀਆਂ ਵੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਨੇ ਤੁਹਾਨੂੰ ਦਿੱਤਾ, ਉਹਨਾਂ ਦੇ ਇਹ ਮਹਾਰਾਜ ਦੇ ਹੱਥ ਲੱਗੇ ਆ। ਇਹਨੂੰ ਗੁਰੂ ਸਾਹਿਬ ਜੀ ਦੇ ਪਵਿੱਤਰ ਹਸਤ ਕਮਲਾਂ ਦੀ ਸ਼ੋਭ ਪ੍ਰਾਪਤ ਹੋਇਆ ਇਸ ਗੰਗਾ ਸਾਗਰ ਨੂੰ। ਨਾਲੇ ਸੰਗਤਾਂ ਨਮਸਕਾਰ ਕਰਦੀਆਂ, ਨਾਲੇ ਮਾਇਆ ਭੇਟ ਕਰਦੀਆਂ। ਉਹ ਮਹਾਰਾਜ ਨੇ ਬਚਨ ਕੀਤਾ ਸੀ ਪੀੜ੍ਹੀਆਂ ਤੀਕ ਰੱਜੋਗੇ, ਪੀੜ੍ਹੀਆਂ ਤੀਕ ਉਂਝ ਵੀ ਰਜਾ ਦਿੱਤਾ, ਤੇ ਉਹ ਗੰਗਾ ਸਾਗਰ ਦੇ ਰਾਹੀਂ ਵੀ ਮਾਇਆ ਉਹਨਾਂ ਨੂੰ ਮਿਲਦੀ, ਕਿਉਂਕਿ ਸਤਿਗੁਰੂ ਗਰੀਬ ਨਵਾਜ ਸਾਹਿਬ ਨੂੰ ਨਮਸਕਾਰਾਂ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਹੀ ਆ ਨਾ, ਸਤਿਗੁਰੂ ਗਰੀਬ ਨਵਾਜ ਨੂੰ। ਇਹ ਪ੍ਰਸੰਗ ਇੱਥੇ ਲੜੀਵਾਰ ਗਾਥਾ ਵਿੱਚ ਨਹੀਂ ਸੀ ਆਇਆ, ਇਹ ਭਾਈ ਸਾਹਿਬ ਜੀ ਨੇ ਉਂਝ ਦਿੱਤਾ ਹੈ, ਭਾਈ ਵੀਰ ਸਿੰਘ ਜੀ ਨੇ। ਤੋ ਇਸ ਤਰੀਕੇ ਨਾਲ ਫਿਰ ਮਹਾਰਾਜ ਸਾਹਿਬ ਜੀ ਉੱਥੇ ਜੋ ਬਚਨ ਕਰਕੇ ਅੱਗੇ ਗਏ ਸਨ, ਹੁਣ ਦੀਨੇ ਵਿੱਚ ਸਤਿਗੁਰੂ ਸਾਹਿਬ ਜੀ ਪਹੁੰਚ ਗਏ ਆ, ਜੋ ਦੀਨਾ ਕਾਂਗੜ ਹੈ। ਉੱਥੇ ਗਰੀਬ ਨਵਾਜ ਸਾਹਿਬ ਜੀ ਚੁਬਾਰੇ ਦੇ ਵਿੱਚ ਮਹਾਰਾਜ ਦਾ ਆਸਣ ਲੱਗਾ ਉਸ ਨਗਰ ਦੇ ਵਿੱਚ, ਤੇ ਸੰਗਤਾਂ ਨਗਰ ਦੀਆਂ ਧੰਨ ਭਾਗ ਸਮਝਦੀਆਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ। ਕੋਈ ਦੁੱਧ ਲਿਆ ਰਿਹਾ, ਕੋਈ ਮਿੱਠਾ ਪਦਾਰਥ ਲਿਆ ਕੇ ਭੇਟ ਕਰ ਰਿਹਾ। ਨਾਨਾ ਭਾਂਤ ਬਾਤ ਮਿਲ ਕਰਤੇ, ਸ੍ਰੀ ਸਤਿਗੁਰ ਕੋ ਸੁਜਸ ਉਚਰਤੇ, ਇਸੀ ਰੀਤ ਸੰਧਿਆ ਹੋਏ ਆਈ, ਗਮਨੇ ਨਰ ਨਾਰੀ ਨਿਜ ਥਾਈ। ਇਹ ਪ੍ਰਸੰਗ ਆਪਾਂ ਕੱਲ ਸਰਵਣ ਕੀਤਾ ਸੀ। ਇੱਥੋਂ ਅੱਗੇ
ਉਂਝ ਮਹਾਰਾਜ ਸਾਹਿਬ ਜੀ ਪਹੁੰਚ ਤਾਂ ਗਏ ਆ ਦੀਨੇ ਨਗਰ ਦੇ ਵਿੱਚ, ਪਰ ਕਵੀ ਜੀ ਨੇ ਕੁਝ ਫਿਰ ਇਹ ਇਕੱਲੇ ਰਾਏ ਦਾ ਜਿਹੜਾ ਪ੍ਰਸੰਗ ਹੈ ਉਹ ਵੀ ਹੋਰ ਥੋੜਾ ਜਿਹਾ ਵਰਣਨ ਕੀਤਾ ਵੀ ਅੱਗੇ ਉਹਦੀ ਕੁੱਲ ਦੇ ਨਾਲ ਕਿਵੇਂ ਵਾਪਰੀ, ਰਾਏ ਇਕੱਲੇ ਦੀ ਵੰਸ਼ ਦੇ ਨਾਲ ਕੀ ਕੁਝ ਹੋਇਆ ਜੋ ਮਹਾਰਾਜ ਸ੍ਰੀ ਸਾਹਿਬ ਦੇ ਕੇ ਗਏ ਸੀ। ਸ਼ਰਧਾ ਭਾਵਨਾ ਦੇ ਨਾਲ ਦਸ਼ਮੇਸ਼ ਪਾਤਸ਼ਾਹ ਜੀ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੁਛ ਪ੍ਰਸੰਗ ਹੈ ਰਾਏ ਕੋ ਦਈ ਗੁਰੂ ਦਰਬਾਰ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਸੰਗਤ ਜੀ ਕੁਝ ਹੋਰ ਪ੍ਰਸੰਗ ਰਾਏ ਇਕੱਲੇ ਦਾ ਰਹਿੰਦਾ ਹੈ, ਉਹ ਵੀ ਇੱਥੇ ਨਾਲ ਲਗਵਾਂ ਹੀ ਬੇਨਤੀ ਕਰ ਦਈਏ ਕਿ ਫਿਰ ਬਾਅਦ ਵਿੱਚ ਮਹਾਰਾਜ ਸਾਹਿਬ ਜੀ ਦੀ ਅਗਲੀ ਜਿਹੜੀ ਗਾਥਾ ਹੈ ਉਹ ਸਰਵਣ ਕਰਾਉਣੀ ਹੈ ਤੇ ਫਿਰ ਇਹ ਰਹਿੰਦਾ ਰਹਿ ਜਾਣਾ ਹੈ। ਇਸ ਕਰਕੇ ਜਿਹੜਾ ਵਾਪਰਿਆ ਤੇ ਬਹੁਤ ਸਮਾਂ ਬਾਅਦ ਵਿੱਚ ਇਹ ਜਿਹੜਾ ਪ੍ਰਸੰਗ ਸੁਣਾਉਣ ਲੱਗੇ ਭਾਈ ਸਾਹਿਬ ਜੀ, ਪਰ ਹੁਣ ਰਾਜੇ ਇਕੱਲੇ ਦੀ ਪਿੱਛੇ ਕਥਾ ਸੁਣਾ ਕੇ ਆਏ, ਇਸ ਕਰਕੇ ਅੱਗੇ ਉਹਦੇ ਪੁੱਤ ਦੀ ਉਹਦੇ ਪੋਤਰੇ ਦੀ ਜਿਹੜੀ ਕਥਾ ਹੈ ਉਹ ਨਾਲ ਲਗਵੀਂ ਹੀ ਸੁਣਾਉਣ ਲੱਗੇ ਆ। ਕਹਿੰਦੇ ਕੁਝ ਪ੍ਰਸੰਗ ਹੈ ਰਾਏ ਕੋ, ਇਹ ਰਾਏ ਇਕੱਲੇ ਦਾ ਕੁਝ ਪ੍ਰਸੰਗ ਹੈ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਵਜੋਂ ਰਾਏ ਇਕੱਲੇ ਨੂੰ ਇਹ ਲੰਮੇ ਜੱਟਪੁਰੇ ਵਿੱਚ ਜੋ ਤਲਵਾਰ ਦਿੱਤੀ ਸੀ। ਲੰਮੇ ਜੱਟਪੁਰੇ ਤੋਂ ਫਿਰ ਗਰੀਬ ਨਵਾਜ ਸਾਹਿਬ ਜੀ ਰਾਏ ਕੋਟ ਗਏ ਸਨ। ਇਹ ਰਾਏ ਕੱਲਾ ਬੇਨਤੀ ਕਰਕੇ ਮਹਾਰਾਜ ਸਾਹਿਬ ਜੀ ਨੂੰ ਆਪਣੇ ਘਰੇ ਵੀ ਲੈ ਕੇ ਗਿਆ ਸੀ। ਤੋ ਸਤਿਗੁਰੂ ਸਾਹਿਬ ਜੀ ਨੇ ਉੱਥੇ ਵੀ ਚਰਨ ਪਾਏ ਸਨ, ਰਾਏ ਕੋਟ ਵੀ। ਤਾਂ ਉਹ ਟਾਲੀ ਦੇ ਥੱਲੇ ਵੀ ਗਰੀਬ ਨਵਾਜ ਸਾਹਿਬ ਜੀ ਨੇ ਆਸਣ ਲਾਇਆ ਸੀ, ਜੋ ਮਹਾਰਾਜ ਸਾਹਿਬ ਜੀ ਦਾ ਸਥਾਨ ਸੋਭਨੀਕ ਹੈ ਉਸ ਥਾਂ ਦੇ ਉੱਤੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਬਖਸ਼ਿਸ਼ ਵਜੋਂ ਰਾਏ ਇਕੱਲੇ ਨੂੰ ਤਲਵਾਰ ਦਿੱਤੀ ਸੀ, ਕਹਿੰਦੇ ਹਨ ਕਿ ਹੇ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਪ੍ਰੀਤ ਧਾਰਨ ਕਰਕੇ ਬੜੀ ਸ਼ਰਧਾ ਭਾਵਨਾ ਨਾਲ ਸਰਵਣ ਕਰੋ। ਉਹ ਜਿਹੜਾ ਅੱਗੇ ਅਗਲਾ ਪ੍ਰਸੰਗ ਹੈ ਨਾ ਰਾਏ ਇਕੱਲੇ ਦਾ, ਉਹ ਮੈਂ ਹੁਣ ਇੱਥੇ ਉਚਾਰਨ ਕਰਦਾ ਹਾਂ। ਤਾਂ ਰਾਏ ਇਕੱਲਾ ਬਹੁਤ ਖੁਸ਼ ਹੋਇਆ ਜਦੋਂ ਮਹਾਰਾਜ ਨੇ ਤਲਵਾਰ ਬਖਸ਼ਿਸ਼ ਕੀਤੀ। ਤਾਂ ਗੁਰੂ ਸਾਹਿਬ ਜੀ ਨੇ ਆਖਿਆ ਸੀ ਵੀ ਜਿੰਨਾ ਚਿਰ ਇਸ ਤਲਵਾਰ ਸ੍ਰੀ ਸਾਹਿਬ ਨੂੰ ਤੁਸੀਂ ਸਤਿਕਾਰ ਨਾਲ ਰੱਖੋਗੇ, ਨਮਸਕਾਰ ਕਰੋਗੇ, ਇਸ ਦੀ ਸੇਵਾ ਪੂਜਾ ਕਰੋਗੇ, ਜਿੰਨਾ ਚਿਰ ਇਸ ਸ੍ਰੀ ਸਾਹਿਬ ਦਾ ਅਦਬ ਕਰੋਗੇ, ਉਹਨਾਂ ਚਿਰ ਤੁਹਾਡਾ ਰਾਜ ਤੇਜ ਰਹੇਗਾ ਤੇ ਤੁਹਾਡੀ ਕੁਲ ਰਹੇਗੀ। ਇਹ ਬਚਨ ਕੀਤਾ ਸੀ। ਤਾਂ ਬਹੁਤ ਖੁਸ਼ੀ ਦੇ ਨਾਲ ਫਿਰ ਉਹ ਸ੍ਰੀ ਸਾਹਿਬ ਲੈ ਕਰਕੇ, ਕਿਰਪਾਨ ਲੈ ਕਰਕੇ ਮਹਾਰਾਜ ਦੀ ਬਖਸ਼ੀ ਹੋਈ, ਆਪਣੇ ਘਰੇ ਲੈ ਕੇ ਆਇਆ ਰਾਏ ਇਕੱਲਾ। ਤੇ ਇੱਕ ਸੋਹਣਾ ਪਲੰਗ ਆਪਣੇ ਘਰ ਦੇ ਵਿੱਚ ਇਸਨੇ ਡਾਉਣਾ ਕੀਤਾ। ਸ੍ਰੇਸ਼ਟ ਸੋਹਣਾ ਵਿਛਾਉਣਾ ਉਸ ਪਲੰਗ ਦੇ ਉੱਤੇ ਵਿਛਾ ਦਿੱਤਾ ਹੈ। ਭਾਵ ਤਲਾਈ ਵਿਛਾ ਦਿੱਤੀ, ਚਾਦਰ ਵਿਛਾ ਦਿੱਤੀ ਤੇ ਬਹੁਤ ਸੋਹਣੀਆਂ ਜਿਹੜੀਆਂ ਸਮਗਰੀਆਂ ਹਨ ਪੂਜਾ ਕਰਨ ਵਾਸਤੇ, ਸੌਜ ਕਹੀਏ ਸਮਗਰੀ ਪੂਜਣ ਵਾਸਤੇ, ਪੂਜਾ ਕਰਨ ਵਾਸਤੇ ਸ੍ਰੀ ਸਾਹਿਬ ਜੀ ਦੀ ਸਾਰੀ ਜਿਹੜੀ ਸਮਗਰੀ ਹੈ ਉਹ ਲੈ ਕਰਕੇ ਆਇਆ। ਤੇ ਅਤਰ ਦੀ ਇਸੇ ਤਰ੍ਹਾਂ ਛਿੜਕਾ ਕਰਨ ਵਾਸਤੇ ਅਤਰ ਲੈ ਕੇ ਆਇਆ ਹੈ ਤੇ ਫੁੱਲਾਂ ਦੀ ਮਾਲਾ ਵੀ ਵੱਡੀ ਪਰੋ ਕੇ ਲਿਆਇਆ। ਫਿਰ ਇਸੇ ਤਰ੍ਹਾਂ ਚੰਦਨ ਵੀ ਲੈ ਕੇ ਆਇਆ ਹੈ, ਅਤ ਸੁੰਦਰ ਸੁਗੰਧੀ ਵਾਲਾ ਜਿਹੜਾ ਹੈ। ਫਿਰ ਇਹਨੇ ਆਪਣੇ ਘਰੇ ਉਸ ਪਲੰਗੇ ਦੇ ਉੱਤੇ ਸ੍ਰੀ ਸਾਹਿਬ ਰੱਖ ਕੇ ਨਾ ਬੜੇ ਸ਼ਰਧਾ ਦੇ ਨਾਲ ਤੇ ਧੂਪ ਦਿਖਾ ਕਰਕੇ ਤੇ ਬੜੇ ਪਿਆਰ ਦੇ ਨਾਲ ਸੇਵਾ ਪੂਜਾ ਕਰਦਾ, ਆਰਤੀ ਕਰਦਾ ਹੈ।
ਤਾਂ ਉਸ ਵੇਲੇ ਕਹਿੰਦੇ ਵੀ ਚੰਦਨ ਇਹਨੇ ਛਿੜਕਿਆ ਹੈ ਸ੍ਰੀ ਸਾਹਿਬ ਦੇ ਉੱਤੇ, ਤੇ ਸੁਮਨ ਕਹਿੰਦੇ ਫੁੱਲਾਂ ਨੂੰ, ਸੁਮਨ ਸੋ ਲੀਨ, ਫੁੱਲ ਵੀ ਲੈ ਕਰਕੇ ਉੱਤੇ ਫੁੱਲ ਵੀ ਭੇਟ ਕਰਦਾ ਹੈ, ਫੁੱਲਾਂ ਦੀ ਵਰਖਾ ਵੀ ਕਰਦਾ ਸ੍ਰੀ ਸਾਹਿਬ ਦੇ ਉੱਤੇ। ਤਾਂ ਐਸਾ ਜਿਹੜਾ ਉਹ ਪਲੰਗ ਸੀ ਨਾ, ਪਲੰਗ ਦੇ ਉੱਤੇ ਇਹ ਸੁਗੰਧੀਆਂ ਛਿੜਕ ਕੇ, ਧੂਪ ਦਿਖਾ ਕੇ, ਫੁੱਲ ਤੇ ਚੰਦਨ ਦਾ ਛਿੜਕਾ ਕਰਕੇ ਉਹਦੇ ਤੇ ਸ੍ਰੀ ਸਾਹਿਬ ਟਿਕਾਈ ਹੈ। ਤਾਂ ਇਸ ਤਰ੍ਹਾਂ ਫਿਰ ਸ਼ਰਧਾ ਭਾਵ ਵਧਾ ਕਰਕੇ ਸ੍ਰੀ ਸਾਹਿਬ ਦੀ ਪੂਜਾ ਕਰਦਾ ਹਰ ਰੋਜ਼। ਤੇ ਹਰ ਰੋਜ਼ ਜਿੱਥੇ ਸ੍ਰੀ ਸਾਹਿਬ ਰੱਖੀ ਹੈ ਨਾ, ਉੱਥੇ ਘਿਓ ਦਾ ਦੀਵਾ ਬਾਲ ਕੇ ਰੱਖਦਾ ਹੈ, ਭਾਵ ਜੋਤ ਜਗਾਉਂਦਾ ਹੈ। ਮਹਾਰਾਜ ਸਾਹਿਬ ਨੇ ਬਚਨ ਕੀਤਾ ਸੀ ਨਾ ਕਿ ਸਤਿਕਾਰ ਰੱਖਿਓ ਸ੍ਰੀ ਸਾਹਿਬ ਦਾ, ਇਸ ਕਰਕੇ ਇਹ ਰਾਏ ਕੱਲਾ ਵੱਧ ਤੋਂ ਵੱਧ ਵੀ ਜਿਵੇਂ ਵੱਧ ਤੋਂ ਵੱਧ ਮੈਂ ਸਤਿਕਾਰ ਕਰ ਸਕਾਂ ਉਹ ਤਰੀਕਾ ਇਹਨੇ ਵਰਤਿਆ। ਪਲੰਗੇ ਦੇ ਉੱਤੇ ਸ੍ਰੀ ਸਾਹਿਬ ਰੱਖੀ ਹੈ, ਫੁੱਲਾਂ ਦਾ ਛਿੜਕਾਅ ਕੀਤਾ, ਅਤਰ ਦਾ ਛਿੜਕਾਅ ਕੀਤਾ, ਤੇ ਫਿਰ ਘਿਓ ਦਾ ਦੀਵਾ ਬਾਲ ਕੇ ਵੀ ਲਾਗੇ ਰੱਖਿਆ, ਭਾਵ ਜੋਤ ਜਗਾਈ। ਦੀਪਕ ਘ੍ਰਿਤ ਪਾਏ ਨਿਤ ਜਾਰੇ, ਨਿਤਾ ਪ੍ਰਤੀ ਹਰ ਰੋਜ਼ ਹੀ ਫਿਰ ਇਹ ਘਿਓ ਦਾ ਦੀਵਾ ਬਾਲਦਾ ਹੈ, ਭਾਵ ਜੋਤ ਜਗਾਉਂਦਾ ਹੈ। ਤੇ ਨਿਤਾ ਪ੍ਰਤੀ ਹੀ ਫੁੱਲਾਂ ਦੀ ਮਾਲਾ ਪਰੋ ਕਰਕੇ ਸ੍ਰੀ ਸਾਹਿਬ ਦੇ ਉੱਤੇ ਇਹਨੇ ਲਿਆ ਕਰਕੇ ਭੇਟ ਕਰਨੀ, ਫੁੱਲਾਂ ਦੀ ਮਾਲਾ ਲਿਆ ਕਰਕੇ ਪਾਉਣੀ ਸ੍ਰੀ ਸਾਹਿਬ ਜੀ ਨੂੰ। ਤੇ ਜਿਸ ਵੇਲੇ ਸਰਦੀ ਦੀ ਰੁੱਤ ਆ ਜਾਣੀ ਤੇ ਫਿਰ ਖੀਨ ਖਾਪ ਕਹਿੰਦੇ ਬੜਾ ਸੋਹਣਾ ਜਿਹੜਾ ਕੱਪੜਾ ਹੈ ਚਮਕਣ ਵਾਲਾ, ਉਹਦਾ ਇਹਨੇ ਬਣਾਉਣਾ ਅਮਰਾ, ਉਹਦੇ ਵਿੱਚ ਰੂੰ ਪਾ ਕਰਕੇ ਤੂਲ ਰਜਾਈ, ਤੂਲ ਕਹੀਏ ਰੂੰ, ਤੇ ਰੂੰ ਪਾ ਕਰਕੇ ਰਜਾਈ ਤਿਆਰ ਕਰਨੀ। ਤੇ ਹਿਮ ਰੁੱਤ ਜਿਹੜੀ ਆ ਠੰਡ ਵਾਲੀ ਰੁੱਤ ਹੈ ਨਾ, ਠੰਡ ਵਾਲੀ ਰੁੱਤ ਦੇ ਵਿੱਚ ਇਹ ਸ੍ਰੀ ਸਾਹਿਬ ਦੇ ਉੱਤੇ ਬੜੀ ਸੋਹਣੀ ਰਜਾਈ ਵੀ ਉੱਤੇ ਪਾਉਂਦਾ ਹੈ ਵੀ ਵੱਧ ਤੋਂ ਵੱਧ ਮੈਂ ਸਤਿਕਾਰ ਕਰਨਾ ਹੈ ਸ੍ਰੀ ਸਾਹਿਬ ਜੀ ਦਾ। ਗੁਰੂ ਸਾਹਿਬ ਜੀ ਆਪ ਸ਼ਸਤਰਾਂ ਦਾ ਸਾਧ ਸੰਗਤ ਜੀ, ਜਿੱਥੇ ਜੰਗਾਂ ਵਿੱਚ ਸ਼ਸਤਰ ਵਰਤੇ ਵੀ ਮਹਾਰਾਜ ਨੇ, ਹਥਿਆਰ ਵਰਤੇ ਵੀ, ਉਥੇ ਗਰੀਬ ਨਵਾਜ ਸਾਹਿਬ ਜੀ ਨੇ ਸ਼ਸਤਰਾਂ ਦਾ, ਹਥਿਆਰਾਂ ਦਾ ਸਤਿਕਾਰ ਵੀ ਕੀਤਾ, ਨਮਸਕਾਰਾਂ ਵੀ ਸ਼ਸਤਰਾਂ ਨੂੰ ਕੀਤੀਆਂ, ਤੇ ਉੱਚੇ ਪਲੰਗੇ ਤੇ ਰਖਾ ਕਰਕੇ ਚੌਰ ਵੀ ਸ਼ਸਤਰਾਂ ਦੇ ਉੱਤੇ ਕਰਵਾਏ ਗੁਰੂ ਗੋਬਿੰਦ ਸਿੰਘ ਮਹਾਰਾਜ। ਅੱਜ ਕੱਲ ਦਾ ਤੇ ਸਮਾਂ ਹੀ ਇਸ ਤਰ੍ਹਾਂ ਦਾ ਆ ਗਿਆ ਹੈ ਕਿ ਹੁਣ ਤਾਂ ਗੁਰੂ ਕੇ ਨਿਸ਼ਾਨ ਸਾਹਿਬ ਦੇ ਉੱਤੇ ਵੀ ਲੋਕ ਕਿੰਤੂ ਪਰੰਤੂ ਕਰਨ ਲੱਗ ਪੈਂਦੇ। ਕਈ ਪੁੱਛਣ ਲੱਗ ਪੈਂਦੇ ਵੀ ਦੱਸੋ ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਕਿ ਨਹੀਂ ਟੇਕਣਾ ਚਾਹੀਦਾ, ਵੀ ਜੇ ਟੇਕ ਦਿੱਤਾ ਤੇ ਪਾਪ ਲੱਗ ਜੂ, ਵੀ ਕੁਝ ਵਿਗੜ ਚੱਲਿਆ। ਗੁਰੂ ਦਾ ਨਿਸ਼ਾਨ ਹੈ, ਜੇ ਗੁਰੂ ਦੇ ਨਿਸ਼ਾਨ ਨੂੰ ਮੱਥਾ ਨਹੀਂ ਟੇਕਣਾ ਤੇ ਟੇਕਣਾ ਸਿੱਖਣੇ ਕਿੱਥੇ ਮੱਥਾ? ਫਿਰ ਗੁਰੂ ਕੇ ਨਿਸ਼ਾਨ ਵਾਸਤੇ ਤੇ ਸਿੱਖ ਜਾਨਾਂ ਕੁਰਬਾਨ ਕਰ ਗਏ ਨਿਸ਼ਾਨ ਚਲਾਉਣ ਵਾਸਤੇ। ਇਸ ਕਰਕੇ ਨਿਸ਼ਾਨ ਤਾਂ ਕਿੰਨੀਆਂ ਸ਼ਹੀਦੀਆਂ ਪਾ ਕਰਕੇ ਖਾਲਸੇ ਨੇ ਚਲਾਏ ਆ, ਕਿੰਨੀਆਂ ਸ਼ਹੀਦੀਆਂ ਹੋਈਆਂ ਨਿਸ਼ਾਨ ਚਲਾਉਣ। ਨਿਸ਼ਾਨ ਤੇ ਹੈ ਹੀ, ਝੁੱਲਦੇ ਹੀ ਉਸ ਕੌਮ ਦੇ ਜਿਨ੍ਹਾਂ ਕੁਰਬਾਨੀਆਂ ਕੀਤੀਆਂ। ਇਸ ਕਰਕੇ ਗੁਰੂ ਕੇ ਨਿਸ਼ਾਨ ਨੂੰ ਨਮਸਕਾਰ ਵੀ ਕਰਨੀ ਚਾਹੀਦੀ ਹੈ, ਨਿਸ਼ਾਨ ਸਾਹਿਬ ਦੇ ਕੋਲੇ ਫਤਿਹ ਵੀ ਗਜਾਉਣੀ ਚਾਹੀਦੀ ਹੈ, ਨਿਸ਼ਾਨ ਸਾਹਿਬ ਦੀਆਂ ਪ੍ਰਕਰਮਾਂ ਵੀ ਕਰਨੀਆਂ ਚਾਹੀਦੀਆਂ। ਜਿੱਥੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਸਾਹਿਬ ਜੀ ਦੀਆਂ ਪ੍ਰਕਰਮਾਂ ਕਰਨੀਆਂ। ਗੁਰੂ ਸਾਹਿਬ ਜੀ ਦੀ ਹਰੇਕ ਵਸਤੂ ਸਤਿਕਾਰਯੋਗ ਹੁੰਦੀ ਹੈ। ਗੁਰੂ ਸਾਹਿਬ ਜੀ ਦੀ, ਗੁਰੂ ਕੇ ਸਰੋਵਰ ਸਾਹਿਬ, ਗੁਰੂ ਕਾ ਲੰਗਰ ਹੈ, ਤੇ ਸੰਗਤਾਂ ਤੇ ਲੰਗਰ ਵਿੱਚ ਵੀ ਜਦੋਂ ਜਾਂਦੀਆਂ ਉਦੋਂ ਵੀ ਸੀਸ ਝੁਕਾ ਕੇ ਜਾਂਦੀਆਂ ਵੀ ਗੁਰੂ ਕੇ ਲੰਗਰ ਚ ਆਏ ਆ। ਸੰਗਤਾਂ ਲੰਗਰ ਦੇ ਵਿੱਚ ਲੋਹ ਤੇ ਬੈਠਣ ਲੱਗੀਆਂ ਵੀ ਮਾਈਆਂ ਪਹਿਲੋਂ ਨਮਸਕਾਰ ਕਰਦੀਆਂ ਤੇ ਫਿਰ ਪ੍ਰਸ਼ਾਦੇ ਪਕਾਉਂਦੀਆਂ। ਹੁਣ ਉੱਥੇ ਕਿਤੇ ਉਹ ਜਾਂ ਪੱਥਰ ਨੂੰ ਨਮਸਕਾਰ ਜਾਂ ਲੋਹੇ ਨੂੰ ਨਮਸਕਾਰ ਥੋੜਾ ਹੁੰਦੀ ਹੈ, ਨਮਸਕਾਰ ਤੇ ਉਹਨੂੰ ਕੀਤੀ ਜਾਂਦੀ ਜਿਹਦਾ ਲੰਗਰ ਵਾ, ਨਮਸਕਾਰ ਉਸੇ ਨੂੰ ਜਾਂਦੀ ਆ। ਜੇ ਹੁਣ ਇੱਥੇ ਬੇਰੀ ਸਾਹਿਬ ਦੇ ਕੋਲੇ ਆ ਕਰਕੇ ਸੰਗਤਾਂ ਸੀਸ ਝੁਕਾਉਂਦੀਆਂ, ਇਹਦਾ ਭਾਵ ਇਹ ਨਹੀਂ ਕਿਸੇ ਦਰਖਤ ਦੀ ਪੂਜਾ ਕਰਦੀਆਂ ਸੰਗਤਾਂ। ਜਦੋਂ ਬੇਰੀ ਸਾਹਿਬ ਨੂੰ ਸੀਸ ਝੁਕਦਾ, ਗੁਰੂ ਨਾਨਕ ਸਾਹਿਬ ਨੂੰ ਝੁਕਦਾ, ਕਿਉਂਕਿ ਬਾਬਾ ਜੀ ਨੇ ਦਾਤਰ ਕਰਕੇ ਲਾਈ ਆ। ਬਾਕੀ ਬੇਰੀਆਂ ਨੂੰ ਕਿਉਂ ਨਹੀਂ ਕੋਈ ਸੀਸ ਝੁਕਾ ਦਿੰਦਾ? ਆਪਣ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣ ਆਣ ਕਰੀ,
ਬਾਬਾ ਜੀ ਨੇ ਦਾਤਨ ਕੀਤੀ ਇੱਥੇ ਵੇਈ ਦੇ ਕੰਢੇ ਤੇ, ਗਾਡ ਤਈ ਧਾਰ ਹੋਤ ਭਇਓ ਤਾਰ, ਹੈ ਅਬਲੋ ਬਰ ਸੋ ਬਦਰੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਇਹ ਤੇ ਮਹਾਰਾਜ ਦਾ ਪ੍ਰਸ਼ਾਦ ਹੀ ਬਣ ਗਿਆ। ਇਹ ਤਾਂ ਪ੍ਰਸ਼ਾਦ ਦੇ ਦਿੱਤਾ, ਸਦਾ ਵਾਸਤੇ ਪ੍ਰਸ਼ਾਦ, ਮਹਾਰਾਜ ਦਾ ਸੀਤ ਪ੍ਰਸ਼ਾਦ ਹੀ ਦਾਤਨ ਕਰਕੇ ਗੱਡੀ ਗੁਰੂ ਸਾਹਿਬ ਜੀ ਨੇ। ਤਾਂ ਉਹ ਗੁਰਮੁਖ ਨੇ ਲਿਖਿਆ ਨਾ ਇਸ ਬੇਰੀ ਸਾਹਿਬ ਦੇ ਬਾਰੇ, ਵੀ ਇਹ ਬੇਰੀ ਸਾਹਿਬ ਕਹਿੰਦੀ ਹੈ, ਗੁਰਦੁਆਰਾ ਬੇਰ ਸਾਹਿਬ ਵਾਲੀ ਬੇਰੀ ਸਾਹਿਬ। ਭਾਵਨਾ ਹੈ ਸਿੱਖ ਦੀ, ਵੀ ਬੇਰੀ ਆਖਦੀ ਹੈ, ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ, ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਕਈ ਮੇਰੇ ਹਾਣ ਦੀਆਂ ਬੁੱਢੀਆਂ ਹੋ ਕੇ ਮਰ ਗਈਆਂ ਬਥੇਰੀਆਂ, ਕਈਆਂ ਨੂੰ ਲੋਕਾਂ ਨੇ ਵੱਢ ਕੇ ਤੇ ਬਾਲਣ ਬਣਾ ਕੇ ਸਾੜ ਫੂਕ ਦਿੱਤਾ, ਜਾਂ ਫਸਲਾਂ ਦੇ ਦੁਆਲੇ ਵਾੜਾਂ ਕਰ ਲਈਆਂ, ਕਈਆਂ ਨੂੰ ਬੱਕਰੀਆਂ ਚਰ ਗਈਆਂ। ਮੇਰੇ ਜਿਹੀਆਂ ਬੇਰੀਆਂ ਬਥੇਰੀਆਂ ਸੀ ਜਾਗੀ ਉੱਤੇ, ਲੱਭਦੇ ਨਿਸ਼ਾਨ ਨਹੀਂ ਦੂਰ ਨਾ ਨਜ਼ੀਕ ਹੈ, ਕੋਲੇ ਹੋ ਕੇ ਸੜ ਗਈਆਂ, ਬੁੱਢੀਆਂ ਹੋ ਮਰ ਗਈਆਂ, ਬੱਕਰੀਆਂ ਚਰ ਗਈਆਂ, ਬਚਨ ਇਹ ਠੀਕ ਹੈ। ਮੈਂ ਹਰੀ ਭਰੀ ਸਤਿਕਾਰਯੋਗ ਸੁਲਤਾਨਪੁਰ ਲੋਧੀ ਵਿੱਚ ਵਰਾ ਹੋਇਆ, ਮੈਨੂੰ 500 ਤੋਂ ਵਧੇਕ ਹੈ। ਗੁਰੂ ਨਾਨਕ ਦੀ ਸੰਗਤ ਦਾ ਫਲ ਇਹ ਖਾਲਸਾ ਜੀ, ਦੇਵਦਾ ਉਗਾਹੀ ਪੱਤ ਪੱਤ ਮੇਰਾ ਠੀਕ ਹੈ। ਮੇਰਾ ਪੱਤਾ ਪੱਤਾ ਉਗਾਹੀ ਦਿੰਦਾ ਵੀ ਮੈਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਸ਼ੋਅ ਦਿੱਤੀ ਹੈ, ਤੇ ਮੇਰੇ ਨਾਮ ਤੇ ਗੁਰੂ ਕੀਆਂ ਸੰਗਤਾਂ ਨੇ ਗੁਰਦੁਆਰਾ ਬੇਰ ਸਾਹਿਬ ਬਣਾਇਆ ਹੈ। ਇਹ ਗਵਾਹੀ ਦਿੰਦਾ ਹੈ। ਇਸ ਕਰਕੇ ਗੁਰੂ ਸਾਹਿਬ ਜੀ ਦੇ ਹਰੇਕ ਵਸਤੂ ਜਿਹੜੀ ਉਹ ਸਤਿਕਾਰਯੋਗ ਹੋ ਜਾਂਦੀ ਹੈ। ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਆ। ਰੁਮਾਲਾ ਕੱਪੜਾ ਉਹੀ ਹੁੰਦਾ ਹੈ, ਜਦੋਂ ਗੁਰੂ ਸਾਹਿਬ ਜੀ ਨੂੰ ਭੇਟ ਕੀਤਾ ਜਾਂਦਾ ਤੇ ਭਾਵਨਾ ਨਾਲ ਆਪਾਂ ਰੁਮਾਲਾ ਸਾਹਿਬ ਕਹਿੰਦੇ ਹਾਂ, ਕਿਉਂਕਿ ਸਾਹਿਬ ਨੂੰ ਭੇਟਾ ਕੀਤਾ ਹੈ। ਸਾਹਿਬ ਤਾਂ ਗੁਰੂ ਗ੍ਰੰਥ ਸਾਹਿਬ ਆ, ਸਾਹਿਬ ਤੇ ਗੁਰੂ ਨਾਨਕ ਸਾਹਿਬ ਆ। ਸਾਹਿਬ ਦਾ ਅਰਥ ਹੈ ਮਾਲਕ। ਮਾਲਕ ਦੀ ਵਸਤੂ ਜਿਹੜੀ ਹੈ ਉਹਨੂੰ ਵੀ ਸਾਹਿਬ ਕਹਿ ਕੇ ਸੰਗਤਾਂ ਸਤਿਕਾਰ ਦਿੰਦੀਆਂ। ਚੌਰ ਹੈ ਤੇ ਚੌਰ ਨੂੰ ਵੀ ਚੌਰ ਸਾਹਿਬ ਆਖਿਆ ਜਾਂਦਾ, ਕਿਉਂਕਿ ਸਾਹਿਬ ਦਾ ਚੌਰ ਹੈ। ਚੰਦੋਆ ਹੈ, ਚੰਦੋਏ ਨੂੰ ਵੀ ਸੰਗਤਾਂ ਭਾਵਨਾ ਨਾਲ ਕਹਿੰਦੀਆਂ ਚੰਦੋਆ ਸਾਹਿਬ, ਚੌਰ ਸਾਹਿਬ, ਤਖਤ ਸਾਹਿਬ, ਮੰਜੀ ਸਾਹਿਬ, ਰੁਮਾਲਾ ਸਾਹਿਬ, ਨਿਸ਼ਾਨ ਸਾਹਿਬ। ਨਿਸ਼ਾਨ ਹੈ ਤਾਂ ਨਿਸ਼ਾਨ, ਪਰ ਇਹ ਨਿਸ਼ਾਨ ਕਿਸੇ ਰਾਜੇ ਦਾ ਨਹੀਂ, ਕਿਸੇ ਦੇਸ਼ ਵਾਸੀ ਦਾ ਨਹੀਂ, ਇਹ ਨਿਸ਼ਾਨ ਹੈ ਸਾਹਿਬ ਦਾ। ਗੁਰੂ ਨਾਨਕ ਸਾਹਿਬ ਦਾ ਨਿਸ਼ਾਨ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਨਿਸ਼ਾਨ ਹੈ, ਇਹ 10 ਪਾਤਸ਼ਾਹੀਆਂ ਦਾ, ਅਕਾਲ ਪੁਰਖ ਦਾ ਨਿਸ਼ਾਨ ਹੈ। ਇਸ ਕਰਕੇ ਇਹਨੂੰ ਨਿਸ਼ਾਨ ਸਾਹਿਬ ਆਖੀਦਾ ਹੈ, ਤੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਕਰੀਦੀ ਹੈ। ਕਦੀ ਗੁਰੂ ਕੀ ਬਾਣੀ ਪੜ੍ਹੀਏ ਤੇ ਮਹਾਰਾਜ ਸਾਹਿਬ ਨੇ ਤਾਂ ਸ਼ਸਤਰਾਂ ਦੇ ਨਾਵਾਂ ਨੂੰ ਵੀ ਨਮਸਕਾਰ ਕੀਤੀ। ਜਿਤੇ ਸ਼ਸਤਰ ਨਾਮੰ ਨਮਸਕਾਰ ਤਾਮੰ, ਜਿਤੇ ਅਸਤਰ ਭੇਅੰ ਨਮਸਕਾਰ ਤੇਅੰ। ਗਰੀਬ ਨਵਾਜ ਸਾਹਿਬ ਕਹਿੰਦੇ ਜਿੰਨੇ ਅਸਤਰਾਂ ਦੇ ਭੇਦ ਵੀ ਆ ਉਹਨਾਂ ਨੂੰ ਵੀ ਨਮਸਕਾਰ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਸਤਰਾਂ ਨੂੰ ਜਿੱਥੇ ਜੰਗਾਂ ਵਿੱਚ ਵਰਤਿਆ, ਉੱਥੇ ਸ਼ਸਤਰਾਂ ਦੀ ਪੂਜਾ ਵੀ ਕਰਵਾਈ ਤੇ ਆਖਿਆ ਤੀਰ ਤੁਹੀਂ ਸਾਥੀ ਤੁਹੀਂ ਤਬਰੇ ਅਰ ਤੀਰ, ਸਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਗੁਰੂ ਘਰ ਦੇ ਵਿੱਚ ਜਿੱਥੇ ਇੱਕ ਬਾਣੀ ਨੂੰ ਨਮਸਕਾਰ ਹੈ, ਦੂਜਾ ਸ਼ਸਤਰ ਨੂੰ ਨਮਸਕਾਰ ਸਿੱਖ ਕਰ ਸਕਦਾ ਹੈ। ਇਹ ਆਗਿਆ ਹੈ ਸਾਧ ਸੰਗਤ ਜੀ। ਇਸ ਕਰਕੇ ਜਿੱਥੇ ਵੀ ਕਿਤੇ ਸ਼ਹੀਦਾਂ ਦਾ ਸਥਾਨ ਹੋਵੇ ਜਾਂ ਕੋਈ ਐਸਾ ਸਥਾਨ ਕਾਇਮ ਕੀਤਾ ਜਾਂਦਾ, ਕੋਈ ਥੜਾ ਬਣਾਇਆ ਜਾਂਦਾ ਹੈ ਜਿੱਥੇ ਕੋਈ ਸਿੰਘ ਦਾ ਸੰਸਕਾਰ ਕੀਤਾ ਜਾਂਦਾ ਹੈ, ਜਾਂ ਤੇ ਉਸ ਥਾਂ ਦੇ ਉੱਤੇ ਨਿਸ਼ਾਨ ਸਾਹਿਬ ਚੜਾਇਆ ਜਾਂਦਾ, ਜਾਂ ਥੜਾ ਬਣਦਾ ਹੈ ਤੇ ਥੜੇ ਦੇ ਉੱਤੇ ਫਿਰ ਸ਼ਸਤਰ ਸਜਾਏ ਜਾਂਦੇ ਆ, ਕਿਉਂਕਿ ਸ਼ਸਤਰ ਨੂੰ ਸਿੱਖ ਨਮਸਕਾਰ ਕਰ ਸਕਦਾ ਹੈ। ਸ੍ਰੀ ਸਾਹਿਬ ਨੂੰ ਮੱਥਾ ਟੇਕ ਸਕਦੇ ਅਸੀਂ, ਕਿਰਪਾਨ ਨੂੰ ਮੱਥਾ ਟੇਕ ਸਕਦੇ ਹਾਂ। ਇਹ ਆਗਿਆ ਹੈ ਗੁਰੂ ਸਾਹਿਬ ਜੀ ਦੀ। ਸ਼ਸਤਰਾਂ ਨੂੰ ਵੀ ਪੀਰ ਆਖਿਆ ਹੈ। ਇਸੇ ਕਰਕੇ ਜਿੱਥੇ ਵੀ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਗੁਰੂ ਸਾਹਿਬ ਜੀ ਦੇ ਅੱਗੇ ਸ਼ਸਤਰ ਜ਼ਰੂਰ ਸੋਭਨੀਕ ਹੁੰਦੇ ਆ। ਵੱਧ ਨਹੀਂ ਤੇ ਘੱਟੋ ਘੱਟ ਇੱਕ ਸ਼ਸਤਰ ਤੇ ਜ਼ਰੂਰ ਹੁੰਦਾ ਹੈ ਜਿੱਥੇ ਵੀ ਮਹਾਰਾਜ ਦਾ ਪ੍ਰਕਾਸ਼ ਹੋਵੇ, ਨਹੀਂ ਤੇ ਵੱਧ ਹੁੰਦੇ ਹਨ। ਤਖਤ ਸਾਹਿਬਾਂ ਤੇ ਜਾਈਏ ਤੇ ਕਿੰਨੇ ਸ਼ਸਤਰ ਸੋਭਨੀਕ ਆ, ਤੇ ਸਭ ਤੋਂ ਵੱਧ ਸੋਭਨੀਕ ਪਤਾ ਕਿੱਥੇ ਹੈ ਸ਼ਸਤਰ? ਸੱਚਖੰਡ ਹਜ਼ੂਰ ਸਾਹਿਬ।
ਜਿੱਥੇ ਕਲਗੀਧਰ ਪਾਤਸ਼ਾਹ ਨੇ ਸੱਚਖੰਡ ਪਿਆਨਾ ਕੀਤਾ। ਅੰਗੀਠਾ ਸਾਹਿਬ ਅੰਦਰ ਸਾਰਾ ਸ਼ਸਤਰਾਂ ਦੇ ਨਾਲ ਹੀ ਭਰਿਆ ਹੋਇਆ। ਪਹਿਲਾ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੀ ਕਥਾ ਸੁਣ ਕੇ ਵੇਖ ਲਈਏ। ਉਹ ਕਹਿੰਦੇ ਮੈਨੂੰ ਵੀ ਸ਼ੰਕਾ ਪੈਦਾ ਹੋਇਆ ਸੀ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਮੱਥਾ ਟੇਕਣਾ ਹੀ ਆ, ਹਥਿਆਰਾਂ ਨੂੰ ਕਿਉਂ ਅੱਗੇ ਰੱਖਿਆ ਹੋਇਆ, ਸ਼ਸਤਰਾਂ ਨੂੰ ਕਿਉਂ ਰੱਖਿਆ ਹੋਇਆ, ਸ਼ਸਤਰਾਂ ਨੂੰ ਕਿਉਂ ਮੱਥਾ ਟੇਕਣਾ। ਪਰ ਉੱਥੇ ਹੀ ਉਹਨਾਂ ਦਿਨਾਂ 'ਚ ਐਸਾ ਮਾਹੌਲ ਬਣਿਆ ਸੀ। ਉਹ ਸੱਚਖੰਡ ਹਜੂਰ ਸਾਹਿਬ ਗਏ ਸਨ ਤੇ ਉੱਥੋਂ ਦੇ ਪ੍ਰਬੰਧਕਾਂ ਨੇ ਉਹਨਾਂ ਦੀ ਸੇਵਾ ਲਾਈ ਕਿ ਮਸਕੀਨ ਜੀ ਜਿੰਨੇ ਦਿਨ ਤੁਸੀਂ ਇੱਥੇ ਰਹਿਣਾ ਵਾ ਕਥਾ ਦੀ ਸੇਵਾ ਨਿਭਾਓ ਹਜੂਰ ਸਾਹਿਬ ਤਖਤ ਸਾਹਿਬ ਤੇ। ਕਹਿੰਦੇ ਵੀ ਉੱਥੇ ਹੀ ਫਿਰ ਮੇਰੇ ਮਨ 'ਚ ਸ਼ੰਕਾ ਪੈਦਾ ਹੋਇਆ ਤੇ ਗੁਰੂ ਸਾਹਿਬ ਜੀ ਨੇ ਸ਼ੰਕੇ ਦੀ ਨਿਵਰਤੀ ਕਰਤੀ। ਜਦੋਂ ਹੁਕਮਨਾਮਾ ਹੋਇਆ ਨਾ, ਦਸਮ ਮਹਾਰਾਜ ਦੀ ਬਾਣੀ ਦਾ ਹੁਕਮਨਾਮਾ ਉੱਥੇ ਦੋਵੇਂ ਲੈ ਜਾਂਦੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਮੁੱਖ ਵਾਕ ਵੀ ਸੁਣਿਆ ਤੇ ਦਸਮ ਮਹਾਰਾਜ ਦੀ ਬਾਣੀ ਦਾ ਜਦੋਂ ਮੁੱਖ ਵਾਕ ਸਰਵਣ ਕੀਤਾ ਤੇ ਉਹਦੇ 'ਚ ਬਚਨ ਇਹ ਆਇਆ ਵੀ ਸ਼ਸਤਰ ਸਾਡੇ ਪੀਰ ਵਾ। ਤੇ ਫਿਰ ਕਹਿੰਦੇ ਮੇਰੇ ਮਨ 'ਚ ਉੱਥੇ ਹੀ ਕਹਿੰਦੇ ਵੀ ਮੈਂ ਉਹ ਵਿਆਖਿਆ ਆਈ, ਐਸਾ ਭਾਵ ਆਇਆ ਵੀ ਜਿੱਥੇ ਮਹਾਰਾਜ ਨੇ ਸ਼ਾਂਤ ਰਸ ਬਖਸ਼ਿਆ ਉੱਥੇ ਵੀਰ ਰਸ ਵੀ ਨਾਲ ਬਖਸ਼ਿਆ। ਜਿੱਥੇ ਗੁਰੂ ਸਾਹਿਬ ਨੇ ਸਿੱਖ ਪੈਦਾ ਕੀਤਾ ਉੱਥੇ ਕਲਗੀਧਰ ਪਾਤਸ਼ਾਹ ਨੇ ਸਿੰਘ ਵੀ ਬਣਾਇਆ। ਇਸ ਕਰਕੇ ਸਿੱਖ ਦਾ ਸੰਬੰਧ ਹੈ ਬਾਣੀ ਦੇ ਨਾਲ, ਸਿੱਖਿਆ ਦੇ ਨਾਲ, ਤੇ ਸਿੰਘ ਦਾ ਸੰਬੰਧ ਜਿਹੜਾ ਹੈ ਉਹ ਸ਼ਸਤਰਾਂ ਦੇ ਨਾਲ ਵੀ ਹੈ। ਵੀ ਮਹਾਰਾਜ ਨੇ ਸੰਤ ਵੀ ਬਣਾਇਆ ਤੇ ਸਿਪਾਹੀ ਵੀ ਬਣਾਇਆ। ਇਸ ਕਰਕੇ ਸੰਤ ਨੇ ਭਗਤੀ ਕਰਨੀ ਹੈ ਤੇ ਉਸੇ ਹੀ ਸੰਤ ਨੇ ਫਿਰ ਜਦੋਂ ਸਿਪਾਹੀ ਬਣਨਾ ਹੈ ਉਹਨੂੰ ਸ਼ਸਤਰ ਵੀ ਰੱਖਣੇ ਪੈਣੇ। ਕਹਿੰਦੇ ਵੀ ਮੇਰਾ ਸ਼ੱਕ ਜਿਹੜਾ ਦੂਰ ਹੋ ਗਿਆ। ਮੈਂ ਕਲਗੀਧਰ ਪਾਤਸ਼ਾਹ ਤੋਂ ਮਾਫੀ ਮੰਗੀ ਕਿ ਮੇਰੇ ਮਨ 'ਚ ਸ਼ੰਕਾ ਪੈਦਾ ਹੋ ਗਿਆ ਸੀ ਵੀ ਅੱਗੇ ਕਿਉਂ ਇਹ ਸ਼ਸਤਰ ਸੋਭਨੀਕ ਹਨ। ਤਾਂ ਰਾਏ ਕੱਲੇ ਦਾ ਆਪਾਂ ਜ਼ਿਕਰ ਪੜ੍ਹ ਰਹੇ ਹਾਂ ਕਿ ਉਹ ਸ੍ਰੀ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦਾ। ਉਸਨੇ ਪਲੰਘੇ ਉੱਤੇ ਸਜਾਈ ਤੇ ਰੋਜ਼ ਘਿਓ ਦਾ ਦੀਵਾ ਬਾਲਦਾ, ਨਿਤਾ ਪ੍ਰਤੀ ਫੁੱਲਾਂ ਦੀ ਮਾਲਾ ਲਿਆ ਕਰਕੇ ਭੇਟ ਕਰਦਾ ਹੈ ਤੇ ਸਿਆਲ ਦੀ ਰੁੱਤ ਦੇ ਵਿੱਚ ਉਹਨੇ ਰਜਾਈ ਵੀ ਪਾਈ ਹੋਈ ਹੈ। ਫਿਰ ਇੰਨੀ ਭਾਵਨਾ ਨਾਲ ਸ੍ਰੀ ਸਾਹਿਬ ਦਾ ਅਦਬ ਰਾਏ ਕੱਲਾ ਕਰਦਾ ਹੈ ਕਿ ਸਿਆਲ ਜਦੋਂ ਆਪੋ ਮਾਘ ਦੀ ਜ਼ਿਆਦੀ ਠੰਡ ਪੈਂਦੀ ਨਾ ਤੇ ਅੰਗੀਠੀ ਵੀ ਉੱਥੇ ਰੱਖਦਾ ਬਾਲ ਕੇ, ਕੋਲੇ ਪਾ ਕਰਕੇ ਵੀ ਰੱਖਦਾ ਹੈ। ਤੇ ਉਸਨੇ ਆਪਣੇ ਸੇਵਾਦਾਰ ਕਾਇਮ ਕਰ ਦਿੱਤੇ ਸ੍ਰੀ ਸਾਹਿਬ ਦੇ ਉੱਤੇ। ਵਾਰੀ ਵਾਰੀ ਡਿਊਟੀ ਤੋਂ ਸਵੇਰ ਤੋਂ ਸ਼ਾਮ ਤੀਕ ਸਾਰਾ ਦਿਨ ਚੌਰ ਕਰਨਾ ਸ੍ਰੀ ਸਾਹਿਬ ਦੇ ਉੱਤੇ, ਚੌਰ ਵੀ ਕਰਵਾਉਂਦਾ ਹੈ। ਜਿਹੜੀ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਨੇ ਰਾਏ ਕੱਲੇ ਨੂੰ ਬਖਸ਼ਿਸ਼ ਕੀਤੀ ਹੈ ਨਾ, ਤੇ ਸਭ ਘੜੀ ਭਾਵ ਸਾਰਾ ਦਿਨ ਸ੍ਰੀ ਸਾਹਿਬ ਦੇ ਉੱਤੇ ਰਾਏ ਕੱਲਾ ਜਿਹੜਾ ਉਹ ਚੌਰ ਕਰਵਾਉਂਦਾ, ਕਿਉਂਕਿ ਰਾਜਾ ਸੀ ਉਸੇ ਇਲਾਕੇ ਦਾ। ਉਹਦੇ ਨੌਕਰ ਕਈ ਸਨ, ਸੈਂਕੜੇ ਨੌਕਰ ਸਨ, ਤੇ ਉਹਨਾਂ ਦੀ ਉਹਨੇ ਸੇਵਾ ਲਾ ਦਿੱਤੀ ਵੀ ਤੁਸੀਂ ਚੌਰ ਕਰਨਾ ਵੀ ਸਵੇਰ ਤੋਂ ਸ਼ਾਮ ਤੱਕ। ਜਿਵੇਂ ਵੱਡੇ ਸਥਾਨਾਂ ਦੇ ਉੱਤੇ ਸਵੇਰ ਤੋਂ ਸ਼ਾਮ ਤੱਕ ਜਦੋਂ ਤੋਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਜਿੰਨਾ ਚਿਰ ਸ਼ਾਮ ਨੂੰ ਸੁੱਖ ਆਸਨ ਨਹੀਂ ਹੁੰਦਾ ਉਹਨਾਂ ਚਿਰ ਚੌਰ ਹੁੰਦਾ ਨਾ ਗੁਰੂ ਸਾਹਿਬ ਤੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੱਥੇ ਗੁਰਦੁਆਰਾ ਸ੍ਰੀ ਬੇਰ ਸਾਹਿਬ, ਹੋਰ ਇਤਿਹਾਸਕ ਸਥਾਨਾਂ ਤੇ ਪਿੰਡਾਂ ਦੇ ਵਿੱਚ ਐਸੀ ਮਰਿਆਦਾ ਹੈ ਵੀ ਸਵੇਰੇ ਜਿੰਨਾ ਚਿਰ ਗ੍ਰੰਥੀ ਸਿੰਘ ਹਾਜ਼ਰ ਹੋਵੇ ਉਹਨਾਂ ਚਿਰ ਚੌਰ ਸਾਹਿਬ ਹੁੰਦਾ, ਫਿਰ ਸ਼ਾਮ ਨੂੰ ਸੇਵਾ ਹੁੰਦੀ ਉਦੋਂ ਹੁੰਦਾ। ਇਤਿਹਾਸਕ ਸਥਾਨਾਂ ਤੇ ਸਾਰਾ ਦਿਨ ਮਹਾਰਾਜ ਤੇ ਚੌਰ ਹੁੰਦਾ। ਉਹ ਰਾਏ ਕੱਲੇ ਨੇ ਸ੍ਰੀ ਸਾਹਿਬ ਦੇ ਉੱਤੇ ਇੰਨੀ ਭਾਵਨਾ ਕੀਤੀ ਮਹਾਰਾਜ ਦਾ ਬਚਨ ਮੰਨ ਕੇ ਵੀ ਸਾਰਾ ਦਿਨ ਚੌਰ ਹੁੰਦਾ ਹੈ। ਫਿਰ ਜਦੋਂ ਗਰਮੀ ਦੀ ਰੁੱਤ ਆਉਂਦੀ ਹੈ ਉਸ ਵੇਲੇ ਫਿਰ ਉਹ ਵਸਤਰ ਬਦਲਦਾ ਹੈ, ਗਰਮੀ ਵਾਲੇ ਉੱਥੇ ਧਾਰਨ ਕਰਦਾ ਹੈ। ਫਿਰ ਕਹਿੰਦੇ ਬਨਾਰਸੀ ਜਿਹੜਾ ਰੇਸ਼ਮ ਹੈ ਨਾ, ਤੇ ਉਹ ਲਿਆ ਕਰਕੇ ਉਹਦਾ ਦੁਪੱਟਾ ਜਿਹੜਾ ਹੈ ਜਰੀਦਾਰ ਉਹ ਉੱਤੇ ਭੇਟ ਕਰਦਾ ਹੈ, ਉੱਤੇ ਅਰਪਣ ਕਰਦਾ ਹੈ ਸ੍ਰੀ ਸਾਹਿਬ ਦੇ। ਤੇ ਉਸ ਪਲੰਘੇ ਦੇ ਉੱਤੇ ਬਹੁਤੀਆਂ ਸੁਗੰਧੀਆਂ ਤੇ ਅਤਰ ਫਲੇਲ ਆਦਿਕ ਛਿੜਕਦਾ ਹੈ। ਨਿਤਾ ਪ੍ਰਤੀ ਸ੍ਰੀ ਸਾਹਿਬ ਦੀ ਪੂਜਾ ਕਰਦਾ ਰਹਿੰਦਾ ਰਾਏ ਕੱਲਾ ਬਹੁਤ ਖੁਸ਼ੀ ਦੇ ਨਾਲ ਵੀ ਇਸ ਸ੍ਰੀ ਸਾਹਿਬ ਦੀ ਮੈਂ ਜਿੰਨੀ ਸੇਵਾ ਕਰਾਂਗਾ ਉਨਾ ਹੀ ਮੇਰਾ ਰਾਜ ਭਾਗ ਕਾਇਮ ਰਹਿਣਾ ਤੇ ਮੇਰੀ ਬੰਸ ਕਾਇਮ ਰਹਿਣੀ ਹੈ। ਤਾਂ ਮਹਾਰਾਜ ਨੇ ਬਚਨ ਕੀਤਾ, ਇਸ ਕਰਕੇ ਮੈਂ ਵੱਧ ਤੋਂ ਵੱਧ ਸ੍ਰੀ ਸਾਹਿਬ ਦਾ ਸਤਿਕਾਰ ਕਰਾਂ। ਤੇ ਇੰਨੀ ਭਾਵਨਾ ਵੇਖੋ ਉਹਦੇ ਮਨ ਦੇ ਵਿੱਚ ਰਾਏ ਕੱਲੇ ਦੇ। ਜਦੋਂ ਗਰਮੀ ਹੁੰਦੀ ਹੈ ਤੇ ਸ੍ਰੀ ਸਾਹਿਬ ਜੀ ਨੂੰ ਪ੍ਰਤੱਖ ਸਰੂਪ ਜਾਣ ਕਰਕੇ ਪੱਖਾ ਲੈ ਕੇ ਵੀ ਚੱਲਦਾ ਹੈ।
ਪੱਖਾ ਲੈ ਕੇ। ਮਹਾਰਾਜ ਨੇ ਤਾਂ ਬਚਨ ਕੀਤਾ ਨਾ ਵੀ ਇਹ ਸਾਡੇ ਪੀਰ ਵਾ, ਸ਼ਸਤਰ ਸਾਡੇ ਪੀਰ ਆ। ਤੇ ਰਾਏ ਕੱਲਾ ਜਿਹੜਾ ਵਾ ਉਹ ਪੱਖਾ ਲੈ ਕੇ ਵੀ ਚੱਲਦਾ ਸ੍ਰੀ ਸਾਹਿਬ ਦੇ ਉੱਤੇ। ਇੱਥੋਂ ਸਾਨੂੰ ਇੱਕ ਇਹ ਸਿੱਖਿਆ ਵੀ ਮਿਲਦੀ ਸਾਧ ਸੰਗਤ ਜੀ, ਸਾਡੇ ਘਰ ਦੇ ਵਿੱਚ ਹੋਵੇ ਗੁਟਕਾ ਸਾਹਿਬ, ਸਾਡੇ ਘਰ ਦੇ ਵਿੱਚ ਹੋਵੇ ਪੋਥੀ ਸਾਹਿਬ, ਸਾਡੇ ਘਰ ਦੇ ਵਿੱਚ ਹੋਵੇ ਸ੍ਰੀ ਸਾਹਿਬ, ਇੱਕ ਤਾਂ ਉਹਨੂੰ ਉੱਚੇ ਥਾਂ ਤੇ ਰੱਖਣਾ ਚਾਹੀਦਾ, ਉੱਚੇ ਥਾਂ ਦੇ ਉੱਤੇ। ਨੀਵੇਂ ਥਾਂ ਤੇ ਨਹੀਂ, ਨਾ ਗੁਟਕੇ ਸਾਹਿਬ ਨੂੰ, ਨਾ ਪੋਥੀ ਸਾਹਿਬ ਨੂੰ, ਨਾ ਸ੍ਰੀ ਸਾਹਿਬ ਨੂੰ ਨੀਵੇਂ ਥਾਂ ਤੇ ਨਹੀਂ ਰੱਖਣਾ ਚਾਹੀਦਾ। ਤੇ ਦੂਜਾ, ਜਿਹੜੇ ਪਾਸੇ ਅਸੀਂ ਜਿਸ ਕਮਰੇ ਵਿੱਚ ਸੌਂਦੇ ਹਾਂ, ਬਰਾਜਦੇ ਹਾਂ, ਜੇ ਉੱਥੇ ਰੱਖਣਾ ਹੈ ਤੇ ਜਿੱਧਰ ਸਾਡਾ ਸਿਰ ਵਾ ਸਿਰਹਾਣੇ ਵਾਲੇ ਪਾਸੇ ਹੋਣਾ ਚਾਹੀਦਾ। ਪੋਥੀਆਂ ਸਾਹਿਬ ਤੇ ਸ੍ਰੀ ਸਾਹਿਬ ਉੱਚੇ ਥਾਂ ਤੇ ਹੋਣਾ ਚਾਹੀਦਾ, ਤੇ ਸਿਰਹਾਣੇ ਵਾਲੇ ਪਾਸੇ ਹੋਣਾ ਚਾਹੀਦਾ। ਤੋ ਇਸ ਕਰਕੇ ਤਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣਗੀਆਂ, ਤਾਂ ਗੁਰੂ ਕੀਆਂ ਰਹਿਮਤਾਂ ਹੋਣਗੀਆਂ। ਜੇ ਘਰ ਵਿੱਚ ਪੋਥੀ ਸਾਹਿਬ ਅਸੀਂ ਰੱਖੀ ਹੈ, ਉਹਦਾ ਸਤਿਕਾਰ ਨਹੀਂ ਕਰਦੇ, ਉਹਦੇ ਉੱਤੇ ਅਸੀਂ ਪਲਕ ਨਹੀਂ ਚੜਾ ਕੇ ਰੱਖਦੇ, ਕੱਪੜਾ ਨਹੀਂ ਉੱਤੇ ਰੱਖਦੇ ਚੜਾ ਕੇ, ਉਸ ਤਰ੍ਹਾਂ ਹੀ ਰੱਖੀ ਹੋਈ ਹੈ, ਠੰਡ ਦੀ ਰੁੱਤ ਹੈ ਤੇ ਫਿਰ ਉਹਨੂੰ ਚੰਗੀ ਤਰ੍ਹਾਂ ਸੰਭਾਲ ਕੇ ਨਹੀਂ ਰੱਖਦੇ, ਤਾਂ ਫਿਰ ਗੁਰੂ ਕੀ ਖੁਸ਼ੀ ਨਹੀਂ ਪ੍ਰਾਪਤ ਹੋਵੇਗੀ। ਕਿਉਂਕਿ ਬਾਣੀ ਗੁਰੂ ਦਾ ਰੂਪ ਹੈ, ਭਾਵੇਂ ਬਾਣੀ ਦਾ ਇੱਕ ਅੱਖਰ ਹੈ ਤੇ ਭਾਵੇਂ ਸੰਪੂਰਨ ਬਾਣੀ ਹੈ, ਭਾਵੇਂ ਗੁਟਕਾ ਸਾਹਿਬ ਹੈ, ਭਾਵੇਂ ਪੋਥੀ ਸਾਹਿਬ ਹੈ, ਭਾਵੇਂ ਪਹਿਲਾ ਭਾਗ ਹੈ, ਭਾਵੇਂ ਦੂਜਾ ਭਾਗ ਹੈ। ਬਾਣੀ ਤਾਂ ਬਾਣੀ ਹੈ ਨਾ ਸਾਰੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਕਰਕੇ ਪੋਥੀਆਂ ਸਾਹਿਬ, ਗੁਟਕੇ ਸਾਹਿਬ ਕਦੇ ਵੀ ਨੰਗੇ ਨਹੀਂ ਰੱਖਣੇ ਚਾਹੀਦੇ, ਉਹਨਾਂ ਉੱਤੇ ਕੱਪੜਾ ਬਸਤਰ ਜ਼ਰੂਰ ਚੜਾ ਕਰਕੇ ਰੱਖਣਾ ਚਾਹੀਦਾ। ਤਾਂ ਮਹਾਰਾਜ ਸਾਹਿਬ ਜੀ ਦੇ ਪਿਆਰ ਦੇ ਵਿੱਚ ਰਾਏ ਕੱਲਾ ਬਹੁਤ ਪ੍ਰੇਮ ਦੇ ਨਾਲ ਗਰਮੀ ਵਿੱਚ ਪੱਖਾ ਚੱਲਦਾ ਹੈ। ਇਸ ਤਰੀਕੇ ਨਾਲ ਬਹੁਤ ਵੱਡੀ ਭਾਵਨਾ ਰੱਖਦਾ ਸ੍ਰੀ ਸਾਹਿਬ ਦੇ ਉੱਤੇ। ਕਹਿੰਦੇ ਵੀ ਇਸ ਤਰ੍ਹਾਂ ਭਾਵਨਾ ਆਪਣੇ ਚਿੱਤ ਦੇ ਵਿੱਚ ਇਸਨੇ ਲੋੜਦੇ ਹੋਏ ਨੇ ਆਪਣੀ ਸਾਰੀ ਉਮਰ ਜਿਹੜੀ ਉਹ ਬਤੀਤ ਕੀਤੀ ਹੈ। ਤੇ ਪਰਾਲਬਧ ਅਨੁਸਾਰ ਜਦੋਂ ਸਾਰੀ ਉਮਰ ਪੂਰੀ ਹੋ ਗਈ ਤੇ ਰਾਏ ਕੱਲੇ ਨੇ ਸਰੀਰ ਤਿਆਗ ਦਿੱਤਾ, ਪਰ ਸਾਰਾ ਜੀਵਨ ਆਖਰੀ ਦਮ ਤੀਕ ਉਹ ਸ੍ਰੀ ਸਾਹਿਬ ਦਾ ਸਤਿਕਾਰ ਰੱਖਦਾ ਰਿਹਾ। ਉਹਨੇ ਸਤਿਕਾਰ ਨਿਭਾ ਦਿੱਤਾ ਆਪਣੀ ਜ਼ਿੰਦਗੀ ਦੇ ਵਿੱਚ। ਉਹਦੀ ਪ੍ਰੀਤ ਜਿਹੜੀ ਸੀ ਓੜਕ ਤੱਕ ਨਿਭ ਗਈ ਆਪਣੀ। ਤੇ ਇਸ ਰਾਏ ਕੱਲੇ ਤੋਂ ਬਾਅਦ ਫਿਰ ਇਹਦਾ ਪੁੱਤਰ ਇਹਦੀ ਰਾਜ ਗੱਦੀ ਦੇ ਉੱਤੇ ਬੈਠਾ। ਤੇ ਇਸ ਦੇ ਪੁੱਤਰ ਨੇ ਵੀ, ਰਾਏ ਕੱਲੇ ਦੇ ਪੁੱਤਰ ਨੇ ਵੀ ਰਾਏ ਕੱਲੇ ਵਾਂਗੂ ਹੀ ਗੁਰੂ ਸਾਹਿਬ ਜੀ ਦੀ ਸ੍ਰੀ ਸਾਹਿਬ ਦੇ ਉੱਤੇ ਉਨਾ ਹੀ ਪ੍ਰੇਮ ਰੱਖਿਆ। ਪਿਤਾ ਵੱਲੇ ਵੇਖਦਾ ਰਿਹਾ, ਜਿਵੇਂ ਪਿਤਾ ਜੀ ਸੇਵਾ ਕਰਦਾ ਸੀ ਸ੍ਰੀ ਸਾਹਿਬ ਦੀ, ਪੁੱਤਰ ਨੇ ਵੀ ਆਪਣੀ ਜ਼ਿੰਦਗੀ ਵਿੱਚ ਉਸੇ ਤਰ੍ਹਾਂ ਸ੍ਰੀ ਸਾਹਿਬ ਦੀ ਸੇਵਾ ਕੀਤੀ। ਇਹ ਰਾਏ ਕੱਲੇ ਦਾ ਪੁੱਤਰ ਵੀ ਆਪਣੀ ਜ਼ਿੰਦਗੀ ਵਿੱਚ ਅਨੇਕ ਪ੍ਰਕਾਰ ਦੀ ਪੂਜਾ ਕਰਦਾ ਹੈ। ਸੀਸ ਝੁਕਾਉਂਦਾ ਹੈ, ਹਰ ਰੋਜ਼ ਮੱਥਾ ਟੇਕਦਾ, ਸ਼ਰਧਾ ਧਾਰਨ ਕਰਦਾ ਹੈ। ਤਾਂ ਇਸ ਦੇ ਵੀ ਜਿਸ ਵੇਲੇ ਉਮਰ ਪੂਰੀ ਹੋ ਗਈ, ਆਪਣੀ ਆਰਬਲ ਪੂਰੀ ਕਰਕੇ, ਉਮਰ ਭੋਗ ਕਰਕੇ ਜਿਸ ਵੇਲੇ ਸਰੀਰ ਤਿਆਗਿਆ, ਫਿਰ ਰਾਏ ਕੱਲੇ ਦਾ ਪੋਤਰਾ ਬੈਠਾ ਇਸ ਰਾਜ ਗੱਦੀ ਦੇ ਉੱਤੇ। ਫਿਰ ਜਿਹੜੀ ਇਹ ਰਾਏ ਕੱਲੇ ਦਾ ਇਹ ਰਾਜ ਭਾਗ ਸੀ, ਇਸ ਦੇ ਪੋਤਰੇ ਨੇ ਸੰਭਾਲਿਆ। ਪਰ ਇਹਦੀ ਸੰਗਤ ਹੋ ਗਈ ਮੁਲਾਣਿਆਂ ਦੇ ਨਾਲ, ਮੌਲਵੀਆਂ ਦੀ ਸੰਗਤ ਕੀਤੀ ਇਸ ਪੋਤਰੇ ਨੇ। ਤੇ ਉਹ ਵਿਗੜੇ ਹੋਏ ਮੁਲਾਣੇ ਸੀ, ਤੇ ਜਿਹੋ ਜੀ ਬੰਦਾ ਸੰਗਤ ਕਰੇ ਉਹੋ ਜੀ ਰੰਗਤ ਚੜ ਜਾਂਦਾ ਹੀ। ਸੰਗਤ ਦਾ ਅਸਰ ਹੁੰਦਾ। ਇਸ ਕਰਕੇ ਮਹਾਰਾਜ ਨੇ ਆਖਿਆ ਮਾੜੀ ਸੰਗਤ ਨਾ ਕਰੋ ਭਾਈ, ਚੰਗੀ ਸੰਗਤ ਕਰੋ। ਜੇ ਸ਼ਰਧਾ ਵਾਲੇ, ਭਾਵਨਾ ਵਾਲੇ, ਨਿਤਨੇਮੀ ਗੁਰਮੁਖਾਂ ਦੀ ਸੰਗਤ ਕੋਈ ਕਰੂਗਾ ਤੇ ਉਹਨੂੰ ਉਹੋ ਜਿਹਾ ਰੰਗ ਲੱਗੇਗਾ ਵੀ ਨਿਤਨੇਮ ਕਰਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ, ਸੇਵਾ ਕਰਨੀ ਚਾਹੀਦੀ ਹੈ, ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਤੇ ਜੇ ਸੰਗਤ ਕਰਨ ਲੱਗ ਪਵੇ ਵਿਗੜਿਆ ਹੋਇਆਂ ਦੀ, ਜਿਹੜਾ ਕਹਿੰਦਾ ਕੀ ਲੋੜ ਹੈ ਬਾਣੀ ਪੜ੍ਹਨ ਦੀ, ਕੀ ਲੋੜ ਹੈ ਗੁਰੂ ਦਰ ਤੇ ਜਾਣ ਦੀ, ਕੀ ਲੋੜ ਹੈ ਨਿਤਨੇਮ ਕਰਨ ਦੀ, ਤਾਂ ਫਿਰ ਉਸੇ ਤਰ੍ਹਾਂ ਦਾ ਸੁਭਾਅ ਬਣ ਜਾਂਦਾ ਹੈ।
ਜਿਸ ਤਰ੍ਹਾਂ ਦੀ ਕੋਈ ਸੰਗਤ ਕਰਦਾ ਹੈ ਉਹੋ ਜਿਹਾ ਰੰਗ ਉਹਨੂੰ ਚੜ੍ਹਦਾ ਹੈ। ਤਾਂ ਇਹ ਰਾਏ ਕੱਲੇ ਦੇ ਪੋਤਰੇ ਨੇ ਮੁਲਾਣਿਆਂ ਦੀ ਸੰਗਤ ਕੀਤੀ, ਇਹਦੇ ਅੰਦਰੋਂ ਸ਼ਰਧਾ ਘਟ ਗਈ ਤੇ ਇਹਦਾ ਜੀਵਨ ਵਿਗੜ ਗਿਆ। ਮਿਲੈ ਤੁਰਕਾ ਤਰਕ ਵਿਚਾਰੈ, ਇਹ ਉਹਨਾਂ ਤੁਰਕਾਂ ਦੇ ਨਾਲ ਮਿਲਦਾ ਹੈ ਜਿਹੜੇ ਤਰਕਾਂ ਹੀ ਕਰਦੇ ਰਹਿੰਦੇ ਹਨ। ਉਹ ਤਰਕਾਂ ਹੀ ਜਿਹੜੇ ਕਰਦੇ, ਇਸ ਕਰਕੇ ਇਹ ਵੀ ਉਹਨਾਂ ਦੇ ਵਾਂਗੂ ਇਹਦਾ ਵੀ ਸੁਭਾਅ ਬਣ ਗਿਆ। ਇਹ ਕਾਫਰ ਕੀ ਰੀਤ ਵਿਚਾਰੈ, ਉਹ ਮੁਲਾਣੇ ਇਹਨੂੰ ਕਹਿੰਦੇ ਆ, ਰਾਏ ਕੱਲੇ ਦੇ ਪੋਤਰੇ ਨੂੰ, ਕਿ ਤੁਸੀਂ ਮੁਸਲਮਾਨ ਹੋ ਕਰਕੇ ਕਾਫਰਾਂ ਦੀ ਰੀਤ ਕਰਦੇ ਹੋ। ਤੁਸੀਂ ਉਹਨਾਂ ਦੀ ਜਿਹੜੀ ਰੀਤ ਹੈ ਉਹ ਕੁਝ ਤੁਸੀਂ ਵਿਚਾਰਦੇ ਹੋ, ਉਸੇ ਤਰ੍ਹਾਂ ਕਰਦੇ ਹੋ। ਹਿੰਦਨ ਵਰਗੇ ਸਿੱਖ ਕੌਣ ਰਹੇ, ਕਿਉਂਕਿ ਤੁਸੀਂ ਹਿੰਦੂਆਂ ਦੇ ਗੁਰੂ ਜਿਹੜੇ ਆ ਨਾ, ਉਹਨਾਂ ਦੇ ਤੁਸੀਂ ਸਿੱਖ ਰਹੇ ਹੋ, ਇਸ ਕਰਕੇ ਤੁਸੀਂ ਉਹਨਾਂ ਕਾਫਰਾਂ ਦੀ ਰੀਤ ਕਰਦੇ ਹੋ। ਮੈਂ ਸਰਤੇ ਪੁਸਤਨ ਲਹੇ, ਕਿਉਂਕਿ ਤੁਹਾਡੇ ਵੱਡੇ ਵਡੇਰੇ ਜਿਹੜੇ ਪੁਸਤਾਂ ਤੱਕ, ਪੀੜ੍ਹੀਆਂ ਤੱਕ ਇਹ ਹਿੰਦੂਆਂ ਦੇ ਗੁਰੂ ਦੇ ਹੀ ਸਿੱਖ ਬਣੇ ਰਹੇ। ਉਹ ਮਹਾਰਾਜ ਨੂੰ ਹਿੰਦੂਆਂ ਦਾ ਗੁਰੂ ਹੀ ਕਹਿੰਦੇ ਸੀ ਨਾ ਪਹਿਲਾਂ। ਉਹਨਾਂ ਨੂੰ ਪਤਾ ਨਹੀਂ ਸੀ ਨਾ ਵੀ ਇਹ ਤਾਂ ਨਿਆਰਾ ਪੰਥ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਵੈਰ ਵਿਰੋਧ ਵੀ ਕਿਸੇ ਨਾਲ ਨਹੀਂ, ਪਰ ਸਭ ਤੋਂ ਨਿਆਰਾ ਇਹ ਮਹਾਰਾਜ ਨੇ ਤੇ ਆਖਿਆ ਨਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ। ਉਹ ਮਹਾਰਾਜ ਨੂੰ ਇੱਧਰ ਹੀ ਸਮਝਦੇ ਰਹੇ ਵੀ ਇਹ ਉਹਨਾਂ ਦੇ ਹੀ ਹੈ। ਪਰ ਗਰੀਬ ਨਵਾਜ ਸਾਹਿਬ ਦਾ ਪੰਥ ਤੇ ਨਿਆਰਾ ਹੈ, ਨਿਰਾਲਾ ਵੱਖਰਾ ਹੈ। ਤਾਂ ਇਸ ਕਰਕੇ ਉਹ ਤੁਰਕ ਜਿਹੜੇ ਆ ਤਰਕਾਂ ਕਰਨ ਵਾਲੇ, ਉਹ ਰਾਏ ਕੱਲੇ ਦੇ ਪੋਤਰੇ ਨੂੰ ਕਹਿੰਦੇ ਆ ਵੀ ਤੁਹਾਡੀਆਂ ਪੀੜ੍ਹੀਆਂ ਜਿਹੜੀਆਂ ਵਾ ਹਿੰਦੂ ਗੁਰੂ ਦੇ ਸਿੱਖ ਰਹੇ ਹੋ, ਇਸ ਕਰਕੇ ਤੁਸੀਂ ਸ਼ਰ੍ਹਾ ਤੋਂ ਬਾਹਰ ਰਹੇ ਹੋ। ਜੋ ਮੁਸਲਮਾਨੀ ਸ਼ਰ੍ਹਾ ਉਹਦੇ ਅਨੁਸਾਰ ਨਹੀਂ ਤੁਸੀਂ ਚੱਲਦੇ ਹੋ, ਦੋਜਕ ਭਇਓ ਹਵਾਰੀ ਜਾਏ, ਤੇ ਤੁਸੀਂ ਕਾਫਰਾਂ ਵਾਲੀ ਰੀਤ ਕਰਦੇ ਹੋ। ਇਸ ਕਰਕੇ ਅੱਗੇ ਜਾ ਕੇ ਤੁਹਾਨੂੰ ਦੋਜਕ ਚ ਪੈਣਾ ਪਵੇਗਾ, ਤੁਸੀਂ ਨਰਕਾਂ ਵਿੱਚ ਪਵੋਗੇ। ਇਸ ਤਰ੍ਹਾਂ ਦੀ ਸਿੱਖਿਆ ਦੇਣ ਲੱਗ ਪਏ ਮਾੜੀ। ਕਿਆਮਤ ਮੈਂ ਤੁਮ ਕਉ ਸਜਾਏ, ਤੇ ਜਿਸ ਵੇਲੇ ਪਰਲੋ ਦਾ ਸਮਾਂ ਆਉਣਾ ਹੈ ਨਾ, ਤੇ ਤੁਸੀਂ ਕਾਫਰਾਂ ਦੀ ਰੀਤ ਕਰਦੇ ਹੋ, ਇਸ ਕਰਕੇ ਕਿਆਮਤ ਦੇ ਸਮੇਂ ਤੁਹਾਨੂੰ ਬਹੁਤ ਵੱਡੀ ਸਜ਼ਾ ਝੱਲਣੀ ਪਵੇਗੀ। ਨੀਕੋ ਖੜਗ ਕਰੇ ਨਹਿ ਪਾਵਾ, ਵੇਖੋ ਜਿਹੜੀ ਤੁਹਾਡੇ ਘਰ ਵਿੱਚ ਬੜੀ ਵਧੀਆ ਕਿਰਪਾਨ ਹੈ, ਬੜੀ ਚੰਗੀ ਕੀਮਤ ਵਾਲੀ, ਬੜੀ ਮਹਿੰਗੀ ਸੀ ਉਹ ਸ੍ਰੀ ਸਾਹਿਬ, ਉਸ ਤਰ੍ਹਾਂ ਵੀ ਬੜੀ ਸੋਹਣੀ ਬਣਾਈ ਹੋਈ ਸੀ, ਮਹਿੰਗੀ ਸੰਸਾਰੀ ਤੌਰ ਤੇ ਮਹਿੰਗੀ ਸੀ, ਪਰ ਜਿਆਦੀ ਮਹਿੰਗੀ ਤਾਂ ਉਹ ਇਸ ਕਰਕੇ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਵਜੋਂ ਦਿੱਤੀ ਸੀ। ਉਹ ਤੇ ਮਹਿੰਗਾਈ ਦੱਸ ਹੀ ਨਹੀਂ ਸਕਦਾ ਕੋਈ, ਜਿਹੜੀ ਬਖਸ਼ਿਸ਼ ਹੈ। ਉਸ ਤਰ੍ਹਾਂ ਵੀ ਸੰਸਾਰੀ ਤੌਰ ਤੇ ਵੀ ਉਹ ਬੜੀ ਕੀਮਤੀ ਸੀ, ਬਹੁਤ ਮੁੱਲ ਦੀ ਸੀ। ਤਾਂ ਉਹ ਜਿਹੜੇ ਤੁਰਕ ਆ ਉਹ ਕਹਿੰਦੇ ਵੀ ਬੜੀ ਕੀਮਤੀ ਜਿਹੜੀ ਇਹ ਸ੍ਰੀ ਸਾਹਿਬ ਹੈ, ਤਲਵਾਰ ਹੈ ਤੁਹਾਡੇ ਘਰੇ, ਇਹ ਤਾਂ ਗਾਤਰੇ ਪਾਉਣੀ ਚਾਹੀਦੀ ਤੁਹਾਨੂੰ, ਤੁਸੀਂ ਪਲੰਘੇ ਤੇ ਰੱਖ ਕੇ ਉਹਨੂੰ ਮੱਥਾ ਟੇਕੀ ਜਾਂਦੇ ਹੋ, ਗਾਤਰੇ ਤੇ ਪਾ ਕਰਕੇ ਸ਼ਿਕਾਰ ਖੇਡਿਆ ਕਰੋ। ਉਹ ਇਸ ਤਰ੍ਹਾਂ ਦੀ ਸਿੱਖਿਆ ਸਿਖਾਉਣ ਲੱਗ ਪਏ। ਇਸ ਦਿਨ ਭਰੇ ਪ੍ਰੇਮ ਪੁਜਾਵ, ਤੁਸੀਂ ਕਹਿੰਦੇ ਰਾਤ ਦਿਨ ਹੀ ਉਹਨੂੰ ਪਲੰਘ ਦੇ ਉੱਤੇ ਰੱਖਦੇ ਹੋ, ਜੇ ਸਿਆਲ ਹੁੰਦਾ ਤੇ ਉੱਤੇ ਰਜਾਈ ਪਾ ਦਿੰਦੇ, ਜੇ ਗਰਮੀ ਹੁੰਦੀ ਤੇ ਪੱਖਾ ਝੱਲਣ ਲੱਗ ਪੈਂਦੇ, ਜੇ ਉਹਨੂੰ ਠੰਡ ਗਰਮੀ ਲੱਗਦੀ ਕਿਤੇ। ਉਹ ਤੇ ਹਥਿਆਰ ਵਾ, ਉਹ ਤਾਂ ਗਾਤਰੇ ਪਾਉਣਾ ਚਾਹੀਦਾ, ਉਹ ਤੇ ਪਾ ਕਰਕੇ ਤੇ ਉਹਨੂੰ ਵਰਤਣਾ ਚਾਹੀਦਾ, ਤੁਹਾਨੂੰ ਸ਼ਿਕਾਰ ਖੇਡਣਾ ਚਾਹੀਦਾ। ਤੁਸੀਂ ਕੀ ਇਹ ਕਰਦੇ ਰਹਿੰਦੇ ਹੋ ਕਾਫਰਪੁਣਾ। ਇਤਿਆਦਿਕ ਤੇ ਬਹੁਤ ਸਮਝਾਇਓ, ਇਸ ਤੋਂ ਆਦਿਕ ਉਹਨਾਂ ਜਦੋਂ ਤਰਕਾਂ ਮਾਰੀਆਂ, ਤੇ ਜਿਹੜੀ ਗੱਲ ਭਾਵੇਂ ਝੂਠ ਹੀ ਹੋਵੇ, ਮਾੜੀ ਹੋਵੇ, ਜਿਹੜਾ ਰੋਜ਼-ਰੋਜ਼ ਕੋਈ ਸੁਣਾਉਂਦਾ ਰਵੇ ਤੇ ਕੋਈ ਸੁਣਦਾ ਰਵੇ, ਉਹਦਾ ਕੁਝ ਨਾ ਕੋਈ ਤੇ ਪ੍ਰਭਾਵ ਪੈਂਦਾ ਹੀ ਹੈ ਨਾ। ਇਸੇ ਕਰਕੇ ਆਖਿਆ ਵਾ, ਭਗਤ ਕਬੀਰ ਸਾਹਿਬ ਜੀ ਨੇ ਆਖਿਆ ਵੀ ਸੰਗਤ ਉਹ ਕਰੋ ਜਿਹੜੇ ਨਾਮ ਜਪਣ ਵਾਲੇ, ਉਹਨਾਂ ਦੀ ਬੰਦਗੀ ਵਾਲਿਆਂ ਦੀ। ਜੇ ਦੂਜਿਆਂ ਦੀ ਸੰਗਤ ਵਿੱਚ ਚਲੇ ਗਏ, ਕੋਈ ਨਾ ਕੋਈ ਪੈ ਹੀ ਜਾਣਾ ਵਾ ਖਾਨੇ ਵਿੱਚ ਉਹਨਾਂ ਦੀ ਗੱਲ ਵੀ। ਕਬੀਰ ਸੰਗਤ ਕਰੀਐ ਸਾਧ ਕੀ, ਦਿਨ ਦਿਨ ਦੂਨਾ ਹੇਤ, ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਬੀਰ ਸਾਖਤ ਸੰਗ ਨਾ ਕੀਜੀਐ, ਦੂਰਹਿ ਜਾਈਐ ਭਾਗ। ਕਿਉਂ ਆਖਿਆ ਵੀ ਦੂਰੋਂ ਹੀ ਭੱਜ ਜਾਓ, ਕਿਉਂਕਿ ਉਹਨਾਂ ਕੋਈ ਨਾ ਕੋਈ ਮਾੜੀ ਮੱਤ ਦੇ ਹੀ ਦੇਣੀ, ਕੋਈ ਨਾ ਕੋਈ ਕਹਿੰਦੇ ਵੀ ਦਾਗ ਲੱਗ ਜਾਣਾ ਵਾ, ਕੋਈ ਨਾ ਕੋਈ ਧੱਬਾ ਲੱਗ ਹੀ ਜਾਣਾ। ਦੂਰਹਿ ਜਾਈਐ ਭਾਗ, ਬਾਸਨ ਕਾਰੋ ਪਰਸੀਐ, ਤੋ ਕਛ ਲਾਗੈ ਦਾਗ। ਰਾਏ ਕੱਲੇ ਦਾ ਪੋਤਰਾ ਉਹੋ ਜੀ ਸੰਗਤ ਵਿੱਚ ਮਿਲ ਗਿਆ ਤੇ ਉਹਨਾਂ ਨੇ ਐਸੀਆਂ ਤਰਕਾਂ ਕੀਤੀਆਂ, ਕਹਿੰਦੇ ਵੀ ਤੁਹਾਨੂੰ ਗਾਤਰੇ ਪਾਉਣੀ ਚਾਹੀਦੀ ਹੈ ਸ੍ਰੀ ਸਾਹਿਬ। ਰਾਏ ਪੁੱਤਰ ਲੈ ਗੱਲ ਮੈਂ ਪਾਇਓ, ਤੇ ਉਹ ਅਸਰ ਹੋ ਗਿਆ।
ਤੇ ਫਿਰ ਰਾਏ ਕੱਲੇ ਦੇ ਪੋਤਰੇ ਨੇ ਇੱਕ ਦਿਨ ਗਾਤਰੇ ਪਾ ਲਈ ਮਾਰੇ ਕਲਗੀਧਰ ਪਾਤਸ਼ਾਹ ਜੀ ਦੀ ਸ੍ਰੀ ਸਾਹਿਬ। ਇਸੀ ਦਿਨ ਸੋ ਚੜਿਓ ਅਖੇਰਾ। ਤੇ ਜਿੱਦਣ ਗਾਤਰੇ ਪਾਈ ਉਸੇ ਦਿਨ ਹੀ ਕਹਿੰਦਾ ਵੀ ਅੱਜ ਇਹਦੇ ਨਾਲ ਮੈਂ ਸ਼ਿਕਾਰ ਖੇਡਣ ਚੱਲਦਾ, ਕਿਉਂਕਿ ਉਹ ਬਾਕੀ ਭਾਈਚਾਰੇ ਨੇ ਸਿਖਾਇਆ ਸੀ ਨਾ ਵੀ ਤੁਹਾਨੂੰ ਤੇ ਸ਼ਿਕਾਰ ਖੇਡਣਾ ਚਾਹੀਦਾ, ਉਹਨੂੰ ਵਰਤੋਗੇ, ਉਹਨੂੰ ਪੂਜਣ ਦਾ ਜੇ ਤੁਸੀਂ। ਗਾਤਰੇ ਪਾ ਕੇ ਤੇ ਕਹਿੰਦਾ ਵੀ ਹੁਣ ਸ਼ਿਕਾਰ ਖੇਡ ਕੇ ਆਵਾਂ। ਉਸੇ ਵੇਲੇ ਚੱਲ ਪਿਆ ਸ਼ਿਕਾਰ ਖੇਡਣ ਵਾਸਤੇ ਘੋੜੇ ਤੇ ਸਵਾਰ ਹੋ ਕੇ। ਕਿਮਰੈ ਸਜੈ ਕਾਲ ਕੋ ਤੇਰਾ। ਪਰ ਕਹਿੰਦੇ ਵੀ ਹੁਣ ਕਾਲ ਨੇ ਪ੍ਰੇਰ ਦਿੱਤਾ, ਮਹਾਰਾਜ ਦਾ ਬਚਨ ਸੀ ਜਦੋਂ ਇਹਨੂੰ ਕੋਈ ਗਾਤਰੇ ਪਾਵੇਗਾ ਤੇ ਫਿਰ ਤੁਹਾਡੀ ਬੰਸ ਤੇ ਤੁਹਾਡਾ ਜਿਹੜਾ ਰਾਜ ਤੇਜ ਵਾ ਉਹ ਘਟ ਜਾਵੇਗਾ, ਸਮਾਪਤ ਹੋ ਜਾਵੇਗਾ। ਕਵੀ ਜੀ ਕਹਿੰਦੇ ਵੀ ਕਾਲ ਦਾ ਪ੍ਰੇਰਿਆ ਹੋਇਆ, ਮੌਤ ਦਾ ਪ੍ਰੇਰਿਆ ਹੋਇਆ ਕਿਵੇਂ ਰਹਿ ਸਕਦਾ ਸੀ ਰਾਏ ਕੱਲੇ ਦਾ ਪੋਤਰਾ। ਮਹਿਲ ਝੀਲ ਬੜ ਮਹਿ ਜਬ ਗਇਓ। ਜਦੋਂ ਬਾਰ-ਬਾਰ ਗਿਆ ਨਾ ਜਿੱਥੇ ਵੱਡੀ ਝੀਲ ਸੀ ਉੱਥੇ ਸ਼ਿਕਾਰ ਖੇਡਣ ਵਾਸਤੇ, ਨਿਕਸਿਓ ਮ੍ਰਿਗ ਅਵਲੋਕਤ ਭਇਓ। ਅਗਲੇ ਪਾਸੇ ਵੇਖਿਆ ਇੱਕ ਹਿਰਨ ਨਿਕਲਿਆ, ਉਸ ਹਿਰਨ ਦੇ ਮਗਰ ਲਾ ਦਿੱਤਾ ਘੋੜਾ ਇਹਨੇ ਆਪਣਾ। ਸਗਲ ਸੈਨ ਕੋ ਫਿਰ ਤੈ ਕਰਕੇ। ਬਾਕੀ ਸਾਰੇ ਸੰਗੀਆਂ ਸਾਥੀਆਂ ਨੂੰ, ਸਾਰੀ ਫੌਜ ਨੂੰ, ਉਹਨਾਂ ਨੂੰ ਉੱਥੇ ਖਿਲਾਰ ਦਿੱਤਾ। ਕਹਿੰਦਾ ਮੈਂ ਸ਼ਿਕਾਰ ਕਰਨਾ, ਤੁਸੀਂ ਨਾ ਭਜਾਇਓ ਘੋੜੇ, ਮੈਂ ਸ਼ਿਕਾਰ ਕਰਾਂਗਾ ਇਸ ਹਿਰਨ ਦਾ। ਦੇਵ ਇਕਾਕੀ ਗਰਭ ਸੰਧਰ ਜੈ। ਆਪਣੇ ਅੰਦਰ ਹੰਕਾਰ ਧਾਰਨ ਕਰਕੇ ਜਵਾਨੀ ਪੁਣੇ ਦਾ, ਤੇ ਇਕੱਲਾ ਗਿਆ। ਕਹਿੰਦਾ ਮੈਂ ਇਕੱਲਾ ਹਿਰਨ ਨੂੰ ਮਾਰ ਕੇ ਲਿਆਉਂਦਾ ਹਾਂ। ਭਇਓ ਨਿਰ ਤਰਵਾਰ ਨਿਕਾਰੀ। ਜਦੋਂ ਘੋੜੇ ਨੂੰ ਜ਼ੋਰ ਨਾਲ ਭਜਾਇਆ, ਹਿਰਨ ਵੀ ਬੜੇ ਜ਼ੋਰ ਨਾਲ ਭੱਜ ਕੇ ਜਾ ਰਿਹਾ, ਇਹਨੇ ਜ਼ੋਰ ਦੇ ਨਾਲ ਘੋੜੇ ਨੂੰ ਭਜਾਇਆ ਤੇ ਬਰਾਬਰ ਕਰਕੇ ਹਿਰਨ ਦੇ ਤੇ ਉਹੀ ਮਹਾਰਾਜ ਵਾਲੀ ਸ੍ਰੀ ਸਾਹਿਬ ਕੱਢ ਕੇ ਜਦੋਂ ਹਿਰਨ ਦੇ ਮਾਰਨ ਲੱਗਾ ਜ਼ੋਰ ਦੇ ਨਾਲ, ਚੁੱਪ ਚਾਪ ਮਰਬੇ ਉੱਪਰ ਝਾੜੀ। ਤੇ ਝੁਕ ਕੇ ਉਤੋਂ ਘੋੜੇ ਤੋਂ ਤੇ ਝਟਪਟ ਛੇਤੀ ਨਾਲ ਹਿਰਨ ਦੇ ਉੱਤੇ ਝਾੜ ਦਿੱਤੀ, ਜ਼ੋਰ ਦੇ ਨਾਲ ਵਾਰ ਕਰ ਦਿੱਤਾ ਭਰਵਾਂ। ਸੋ ਬਚ ਗਇਓ ਛਾਲ ਕਰ ਆਗੀ। ਤੇ ਹਿਰਨ ਜਿਹੜਾ ਉਹ ਆਪਾਂ ਵੇਖਿਆ ਹੀ ਆ, ਹਿਰਨ ਜਦੋਂ ਭੱਜਦਾ ਚਾਰੇ ਪੈਰ ਚੁੱਕ ਕੇ ਛਾਲ ਮਾਰਦਾ। ਜਦੋਂ ਭੱਜਾ ਜਾਂਦਾ ਹੋਵੇ ਤੇ ਰਾਹ ਵਿੱਚ ਜਦੋਂ ਪਿਆ ਆਉਂਦਾ ਨਾ, ਆ ਮੁੰਡਾਂ ਦੇ ਵਿੱਚ ਹਿਰਨ ਹੁਣ ਤਾਂ ਘਟ ਗਏ, ਤਾਂ ਉਹ ਜਿਸ ਵੇਲੇ ਛਾਲ ਮਾਰਦਾ ਰਾਹ 'ਚ 5-10 ਫੁੱਟ ਦਾ ਜੇ ਪਿਆ ਵੀ ਆ ਤੇ ਉਹਦੇ ਤੋਂ ਟੱਪ ਕੇ ਲੰਘ ਜਾਂਦਾ ਛਾਲ ਮਾਰ ਕੇ। ਹਿਰਨ ਇਕੱਠੇ ਚਾਰੇ ਪੈਰ ਚੁੱਕ ਕੇ ਮਾਰਦਾ ਛਾਲ। ਤੇ ਜਿਸ ਵੇਲੇ ਉਹ ਇਹਨੇ ਤਲਵਾਰ ਉੱਤੇ ਝਾੜਨ ਲੱਗਾ ਤੇ ਸੋ ਬਚ ਗਏ। ਉਹ ਛਾਲ ਕਰ ਅੱਗੇ, ਉਹ ਛਾਲ ਮਾਰ ਕੇ ਅੱਗੇ ਨਿਕਲ ਗਿਆ, ਉਹ ਤੇ ਬਚ ਗਿਆ। ਮੈਂ ਹੱਥ ਉੱਪਰ ਲਾਗੀ। ਹੁਣ ਇਹਨੇ ਜ਼ੋਰ ਦੇ ਨਾਲ ਤਲਵਾਰ ਦਾ ਵਾਰ ਕੀਤਾ, ਹਿਰਨ ਗਾਹ ਨਿਕਲ ਗਿਆ, ਉਹ ਆਪਦੇ ਪੱਟ ਦੇ ਉੱਤੇ ਆ ਕੇ ਵੱਜੀ ਜ਼ੋਰ ਦੇ ਨਾਲ। ਕਹਿੰਦੇ ਵੀ ਉਰੂ ਪੱਟ ਦੇ ਉੱਤੇ ਵੱਜੀ ਜਦੋਂ ਆ ਕੇ। ਇਮ ਸ਼ਮਸ਼ੇਰ ਸਾਥ ਹੋਏ ਬਹੀ। ਇਸ ਤਰ੍ਹਾਂ ਕਹਿੰਦੇ ਆ ਸਾਫ਼ ਜਿਹੜੋਂ ਵਗੀ ਨਾ ਸ੍ਰੀ ਸਾਹਿਬ, ਕੱਟਿਓ ਜੋ ਕੁਛ ਬਾਕੀ ਰਹੀ। ਪੱਟ ਵੱਢਿਆ ਗਿਆ, ਇਹਦਾ ਥੋੜਾ ਜਿਹਾ ਹੀ ਰਹਿ ਗਿਆ ਅੜਿਆ ਨਾਲ, ਸਾਰਾ ਝਟਕਾ ਦਿੱਤਾ ਉਹਨੇ, ਤਿੱਖੀ ਸੀ। ਤਰ ਗਿਰ ਕਰਿਓ ਤਰੰਗ ਢਿੱਠ ਖਰਿਓ। ਉਸੇ ਵੇਲੇ ਹੀ ਉੱਤੋਂ ਵੱਜਾ ਮੁੱਧੜੇ ਮੂੰਹ ਥੱਲੇ, ਆਪਦਾ ਜਦੋਂ ਪੱਟ ਵੱਢਿਆ ਗਿਆ। ਘੋੜਾ ਉੱਥੇ ਹੀ ਖਲੋਤਾ, ਆਪ ਘੋੜੇ ਤੋਂ ਥੱਲੇ ਡਿੱਗ ਪਿਆ ਹੈ। ਸਭ ਸੈਨਾ ਤਬ ਤੋਰਨ ਕਰਿਓ। ਤੇ ਸਾਰੀ ਫੌਜ ਲੱਭਦੀ ਫਿਰਦੀ ਵੀ ਕਿੱਥੇ ਗਿਆ ਸਾਡਾ ਜਰਨੈਲ। ਔਰ ਆਏ ਕੱਲੇ ਦੇ ਪੋਤਰੇ ਨੂੰ ਹੁਣ ਲੱਭਦੀ ਬਾਕੀ ਸਾਰੀ ਫੌਜ। ਦੋਹਰਾ ਮਾਈ ਹਾਏ ਮੁਖ ਪੜਤ ਹੈ ਸੁਣ ਆਏ ਸਹਜਾਏ। ਸਹਸਾਏ ਕਹਿੰਦੇ ਛੇਤੀ ਦੇ ਨਾਲ ਸੁਣ ਕੇ ਆ ਗਏ ਉਸ ਥਾਂ ਤੇ ਜਿੱਥੇ ਇਹ ਘੋੜੇ ਤੋਂ ਡਿੱਗਾ ਹੋਇਆ ਹਾਏ ਹਾਏ ਕਰ ਰਿਹਾ ਸੀ। ਪੱਟ ਸਾਰਾ ਵੱਢਿਆ ਹੋਇਆ, ਥੋੜਾ ਜਿਹਾ ਅੜਿਆ ਸੀ ਨਾਲ, ਥੋੜਾ ਜਿਹਾ ਮਾਸ ਅੜਿਆ ਹੋਇਆ ਸੀ, ਬਾਕੀ ਸਾਰਾ ਵੱਢਿਆ ਪਿਆ। ਤੇ ਉੱਥੇ ਬੈਠਾ ਹੋਇਆ ਹਾਏ ਹਾਏ ਕਰ ਰਿਹਾ ਸੀ, ਰੋ ਕੁਰਲਾ ਰਿਹਾ ਸੀ। ਕੱਟਿਓ ਪਰਿਓ ਅਵਲੋਕ ਕਰ ਸੁਖਾ ਲਿਓ ਚੜਾਏ। ਇਹਦੇ ਸਿਪਾਹੀਆਂ ਨੇ ਜਦੋਂ ਵੇਖਿਆ ਵੀ ਇਹਦਾ ਤੇ ਪੱਟ ਵੱਢਿਆ ਪਿਆ ਸਾਰਾ, ਤੇ ਵੇਖ ਕਰਕੇ ਬੜਾ ਖੂਨ ਵਗਿਆ ਹੋਇਆ ਏ, ਪਾਲਕੀ ਦੇ ਵਿੱਚ ਇਸ ਨੂੰ ਚੁੱਕ ਕੇ ਰੱਖ ਲਿਆ, ਚੜਾ ਲਿਆ। ਨਿਸ਼ਾਨੀ ਸੰਦ ਪੰਖ ਵਿਖੇ ਹੀ ਮਰ ਗਇਓ ਮੈਂ ਘਰ ਲੱਗਿਆ। ਹੁਣ ਘਰੇ ਲੈ ਕੇ ਆ ਰਹੇ ਸੀ ਵੀ ਘਰੇ ਜਾ ਕੇ ਇਹਦੀ ਮਲਮ ਪੱਟੀ ਕਰਦੇ ਆ, ਇਲਾਜ ਕਰਵਾਉਣੇ ਆ, ਪਰ ਘਰ ਪਹੁੰਚਿਆ ਹੀ ਨਹੀਂ। ਰਸਤੇ ਵਿੱਚ ਆਉਂਦਿਆਂ ਹੀ ਖੂਨ ਇੰਨਾ ਵਗ ਗਿਆ ਵੀ ਰਾਹ 'ਚ ਹੀ ਮੌਤ ਹੋ ਗਈ ਰਾਏ ਕੱਲੇ ਦੇ ਪੋਤਰੇ ਦੀ। ਕਬ ਭਾਖੈ ਅਲਪ ਬੈ ਜਬ ਇਹ ਸੁਨ ਪਾਵਾ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਜਦੋਂ ਮਰਿਆ ਨਾ ਰਾਏ ਕੱਲੇ ਦਾ ਪੋਤਰਾ, ਉਦੋਂ ਮੈਂ ਛੋਟਾ ਜਿਹਾ ਸਾਂ। ਜਿਸ ਭਾਈ ਸਾਹਿਬ ਨੇ ਇਤਿਹਾਸ ਲਿਖਿਆ ਇਹ ਸਾਰੀ ਵਾਰਤਾ, ਕਹਿੰਦੇ ਉਦੋਂ ਮੇਰੀ ਉਮਰ ਛੋਟੀ ਜੀ ਸੀ ਤੇ ਮੈਂ ਸੁਣਿਆ ਉਦੋਂ ਲੋਕਾਂ ਤੋਂ ਵੀ ਅੱਜ ਰਾਏ ਕੱਲੇ ਦਾ ਪੋਤਰਾ ਮਰ ਗਿਆ। ਕਹਿੰਦੇ ਵੀ ਛੋਟੀ ਜੀ ਉਮਰ ਦੇ ਵਿੱਚ ਮੈਂ ਇਹ ਸਾਰੀ ਗੱਲ ਸੁਣੀ ਸੀ। ਗੁਰ ਕਿਰਪਾ ਤੇ ਖਟ ਮਰਿਓ
ਬਨ ਗਏ ਅਨੇਰਾ। ਕਹਿੰਦੇ ਵੀ ਮੇਰੇ ਕੰਨਾਂ ਵਿੱਚ ਇਹ ਆਵਾਜ਼ ਪਈ ਸੀ, ਲੋਕ ਗੱਲਾਂ ਕਰ ਰਹੇ ਸੀ ਵੀ ਜਿਹੜੀ ਕਿਰਪਾਨ ਗੁਰੂ ਸਾਹਿਬ ਜੀ ਦੀ ਸੀ ਨਾ, ਉਹਨਾਂ ਦੇ ਘਰੇ ਮਹਾਰਾਜ ਨੇ ਪੂਜਾ ਕਰਨ ਵਾਸਤੇ, ਅਦਬ ਕਰਨ ਵਾਸਤੇ ਦਿੱਤੀ ਸੀ। ਉਹ ਕਿਰਪਾਨ ਪਾ ਕੇ ਰਾਏ ਕੱਲੇ ਦਾ ਪੋਤਰਾ ਸ਼ਿਕਾਰ ਖੇਡਣ ਵਾਸਤੇ ਗਿਆ ਤੇ ਉਹਦੇ ਨਾਲ ਹੀ ਉਹ ਵੱਢਿਆ ਗਿਆ ਤੇ ਮਰ ਗਿਆ। ਰਾਜਵੰਸ਼ ਹਰ ਤੇਜ ਸਭ ਜੁਗ ਮੂਲ ਖੇਰਾ। ਇਸ ਤਰ੍ਹਾਂ ਕਹਿੰਦੇ ਜਿਹੜਾ ਰਾਜ ਸੀ ਤੇ ਜੋ ਬੰਸ ਸੀ, ਉਹ ਰਾਜ ਵੀ, ਬੰਸ ਵੀ, ਸਾਰਾ ਤੇਜ ਪ੍ਰਤਾਪ ਵੀ, ਸਭ ਕੁਝ ਕਹਿੰਦੇ ਮੁੱਢੋਂ ਹੀ ਪੁੱਟਿਆ ਗਿਆ। ਪ੍ਰਯੋ ਬਾਣ ਸਤਿਗੁਰੂ ਕੋ ਸੁਣ ਸੁਣ ਤ੍ਰਿਗੇਰਾ। ਕਹਿੰਦੇ ਹੈ ਸਰੋਤਾ ਜਣੋ, ਜਿਨ੍ਹਾਂ ਨੇਤਰੀ ਦੇਖਿਆ ਨਾ ਉਹਨਾਂ ਤੋਂ ਮੈਂ ਕੰਨੀ ਸੁਣਿਆ ਹੈ। ਜਿਨ੍ਹਾਂ ਨੇ ਸਭ ਕੁਝ ਵੇਖਿਆ ਉਹਨਾਂ ਤੋਂ ਕਹਿੰਦੇ ਮੈਂ ਵੀ ਸੁਣਿਆ ਆਪਣੇ ਕੰਨਾਂ ਦੇ ਨਾਲ ਛੋਟੀ ਉਮਰ ਦੇ ਵਿੱਚ ਵੀ ਕਲਗੀਧਰ ਪਾਤਸ਼ਾਹੀ ਨੇ ਜੋ ਬਚਨ ਕੀਤਾ ਸੀ ਉਹ ਸੱਤ ਹੋਇਆ, ਰਾਜ ਭਾਗ ਵੀ ਸਮਾਪਤ ਹੋ ਗਿਆ ਤੇ ਬੰਸ ਵੀ ਸਮਾਪਤ ਹੋ ਗਈ। ਮਹਾਰਾਜ ਸਾਹਿਬ ਜੀ ਦਾ ਬਚਨ ਜਿਹੜਾ ਸੀ ਉਹ ਸੱਤ ਹੋਇਆ। ਹਿਮ ਤਿਲ ਕੋ ਅਵਸਾਨ ਭਾਗ ਜਗ ਲਖੈ ਕਨੇਰਾ। ਇਸ ਤਰ੍ਹਾਂ ਕਹਿੰਦੇ ਵੀ ਉਹਨਾਂ ਦਾ ਅੰਤ ਹੋ ਗਿਆ, ਸਮਾਪਤੀ ਹੋ ਗਈ, ਸਾਰਾ ਸੰਸਾਰ ਵੱਡੀ ਗਿਣਤੀ ਵਿੱਚ ਜਾਣਦਾ ਹੈ। ਸੁਨੋ ਗੁਰੂ ਕੀ ਵਾਰਤਾ ਦੀਨੇ ਫਿਰ ਹੋਏ। ਇਹ ਕਹਿੰਦੇ ਵੀ ਰਾਏ ਕੱਲੇ ਦੀ ਜਿਹੜੀ ਅਗਲੀ ਉਹਦੇ ਪੁੱਤਰ ਦੀ ਤੇ ਪੋਤਰੇ ਦੀ ਤੇ ਰਾਏ ਕੱਲੇ ਦੀ ਜਿਹੜੀ ਗਾਥਾ ਸੀ ਇਹ ਵੀ ਨਾਲ ਸੁਣਾਉਣੀ ਬਣਦੀ ਸੀ, ਕਿਉਂਕਿ ਬਾਅਦ ਚ ਅਗਲਾ ਇਤਿਹਾਸ ਜਿਹੜਾ ਇਹ ਫੇਰੇ ਰਹਿ ਜਾਣੀ ਸੀ। ਇਸ ਕਰਕੇ ਕਹਿੰਦੇ ਹਨ ਕਿ ਇੱਥੇ ਪਹਿਲਾਂ ਰਾਏ ਕੱਲੇ ਦਾ, ਅੱਗੇ ਉਹਦੇ ਪੋਤਰੇ ਦੇ ਜਿਹੜੀ ਗਾਥਾ ਸੀ ਉਹ ਸੁਣਾਈ ਹੈ। ਹੁਣ ਫੇਰ ਉੱਥੇ ਚੱਲ ਗਏ ਜਿੱਥੇ ਕਲਗੀਧਰ ਪਾਤਸ਼ਾਹ ਪਹੁੰਚੇ ਆ। ਮਹਾਰਾਜ ਸਾਹਿਬ ਜੀ ਪਹੁੰਚ ਗਏ ਆ ਇੱਥੋਂ ਅੱਗੇ ਮਾਲਵੇ ਦੇ ਵਿੱਚ ਦੀਨੇ ਪਿੰਡ ਦੇ ਵਿੱਚ, ਤੇ ਦੀਨੇ ਨਗਰ ਦੇ ਵਿੱਚ ਸਥਿਤ ਹੋਏ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਥਾ ਸੁਣੋ। ਸੇਵੈ ਗੋਬਿੰਦ ਪ੍ਰੇਮ ਕਰ ਦਰਸੈ ਸਭ ਕੋਏ। ਦੀਨੇ ਕਾਂਗੜ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਥਿਤ ਹਨ। ਤਾਂ ਮਹਾਰਾਜ ਸਾਹਿਬ ਜੀ ਜਦੋਂ ਦੀਨੇ ਨਗਰ ਦੇ ਵਿੱਚ ਹਨ ਤੇ ਉੱਥੋਂ ਦੀਆਂ ਸੰਗਤਾਂ ਬਹੁਤ ਪ੍ਰੇਮ ਨਾਲ ਗੁਰੂ ਜੀ ਦੀ ਸੇਵਾ ਕਰਦੀਆਂ ਤੇ ਸਭ ਕੋਈ ਮਹਾਰਾਜ ਦੇ ਆ ਕੇ ਦਰਸ਼ਨ ਕਰਦਾ ਹੈ। ਨਿਕਟ ਦੂਰ ਸੁਧ ਕੋ ਸੁਣੈ ਸਿੱਖ ਸੰਗਤ ਸਾਰੇ। ਭਾਵੇਂ ਕੋਈ ਨੇੜੇ ਆ ਤੇ ਭਾਵੇਂ ਕੋਈ ਦੂਰ ਵਾ, ਨੇੜੇ ਤੇ ਦੂਰ ਵਾਲੇ ਸਾਰੇ ਜਦੋਂ ਖਬਰ ਸੁਣਦੇ ਆ ਨਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਨੇ ਆਏ ਹੋਏ ਆ, ਦੀਨੇ ਨਗਰ ਦੇ ਵਿੱਚ, ਤੇ ਸਿੱਖ ਸੰਗਤਾਂ ਸਾਰੀਆਂ ਆ ਕਰਕੇ ਦਰਸ਼ਨ ਕਰਦੀਆਂ। ਤੇ ਸੰਗਤਾਂ ਆਉਂਦੀਆਂ ਭੇਟਾਵਾਂ ਲੈ ਕਰਕੇ, ਹੱਥ ਜੋੜ ਕਰਕੇ ਨਮਸਕਾਰਾਂ ਕਰਦੀਆਂ, ਖੁਸ਼ੀ ਧਾਰਨ ਕਰਦੀਆਂ। ਧੰਨ ਗੁਰੂ ਕਰ ਜੰਗ ਕੋ ਲਾਖੋ ਜਪ ਮਾਰੇ। ਤੇ ਨਾਲੇ ਸਤਿਗੁਰੂ ਜੀ ਨੂੰ ਭੇਟਾ ਅਰਪਣ ਕਰਦੀਆਂ ਸੰਗਤਾਂ, ਨਮਸਕਾਰਾਂ ਕਰਦੀਆਂ ਤੇ ਨਾਲੇ ਕਹਿੰਦੀਆਂ ਧੰਨ ਸਤਿਗੁਰੂ ਜੀ ਆਪ ਜੀ, ਧੰਨ ਸਤਿਗੁਰੂ ਆਪ ਜੀ, ਧੰਨ ਹੋ ਤੁਸੀਂ ਜੰਗ ਯੁੱਧ ਕਰਕੇ ਲੱਖਾਂ ਜੋ ਇਹ ਵੈਰੀ ਜ਼ਾਲਮ ਸੀ ਉਹਨਾਂ ਨੂੰ ਮਾਰ ਮੁਕਾਇਆ। ਸਾਹਿਬਜ਼ਾਦੇ ਰਣ ਮਰੇ ਸੁਰਲੋਕ ਸਿਧਾਰੇ। ਆਪ ਜੀ ਦੇ ਸਾਹਿਬਜ਼ਾਦੇ ਵੀ ਚਾਰੇ ਸ਼ਹੀਦ ਹੋ ਗਏ, ਵੱਡੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ, ਸ਼ਹੀਦੀ ਪਾ ਕਰਕੇ ਸੱਚਖੰਡ ਨੂੰ ਚਲੇ ਗਏ। ਪੁੱਤਰ ਮੋਹ ਜਨ ਕੇ ਨਹੀਂ ਇੱਕ ਰਸ ਮਨ ਸ਼ਾਂਤੀ। ਕਿ ਸਤਿਗੁਰੂ ਜੀ ਆਪ ਜੀ ਧੰਨ ਹੀ ਹੋ ਜਿਨ੍ਹਾਂ ਦੇ ਹਿਰਦੇ ਵਿੱਚ ਪੁੱਤਰਾਂ ਦਾ ਵੀ ਮੋਹ ਨਹੀਂ ਹੈ ਤੇ ਇੱਕ ਰਸ ਮਨ ਸ਼ਾਂਤ ਹੈ ਆਪ ਜੀ ਦਾ। ਵੱਡੇ ਬਹਾਦਰ ਅਤਰਤੀ ਸਤਿਗੁਰੂ ਬਲ ਘਾਤੀ। ਵੱਡੇ ਹੀ ਬਹਾਦਰ ਹੋ, ਅਤਰਥੀ ਹੋ, ਬਹੁਤਿਆਂ ਨੂੰ ਮਾਰਨ ਵਾਲੇ ਹੋ, ਸ਼ਤਰੂਆਂ ਨੂੰ ਬਲ ਦੇ ਨਾਲ ਘਾਤ ਕਰਨ ਵਾਲੇ, ਖਤਮ ਕਰਨ ਵਾਲੇ ਹੋ। ਵਸਤਰ ਪਾਇਨ ਆਣ ਕੇ ਬਲ ਗਰਭ ਚੜਾਵੇ। ਇਸ ਤਰ੍ਹਾਂ ਸੰਗਤਾਂ ਆਉਂਦੀਆਂ, ਕੋਈ ਵਸਤਰ ਲੈ ਕੇ ਆ ਰਿਹਾ ਹੈ, ਕੋਈ ਧਨ ਲੈ ਕੇ ਆ ਰਿਹਾ ਹੈ, ਤਰ੍ਹਾਂ ਤਰ੍ਹਾਂ ਦੀਆਂ ਭੇਟਾਵਾਂ ਅਰਪਣ ਕਰਦੇ ਹਨ। ਘੋੜੇ ਵੀ ਸੰਗਤਾਂ ਨੇ ਲਿਆ ਕੇ ਮਹਾਰਾਜ ਨੂੰ ਭੇਟ ਕੀਤੇ। ਕਈਆਂ ਨੇ ਲੱਗ ਵੀ ਛੋਟੇ ਘੋੜੇ ਭਾਵ ਵਿਸ਼ੇਰੇ ਭੇਟ ਕੀਤੇ, ਕਈਆਂ ਨੇ ਦੀਰਘ ਵੱਡੇ ਘੋੜੇ ਜਿਹੜੇ ਆ ਸਵਾਰੀ ਕਰਨ ਵਾਲੇ ਸੀ ਉਹ ਭੇਟ ਕੀਤੇ। ਚਾਕਰ ਰਾਖੇ ਕਿਤਕ ਤੈ ਗੁਰ ਚੜ੍ਹੇ ਅਕੇਰੇ। ਇੱਥੇ ਮਹਾਰਾਜ ਸਾਹਿਬ ਜੀ ਦੀ ਫੌਜ ਫੇਰ ਬੇਅੰਤ ਹੋ ਗਈ, ਕਲਗੀਧਰ ਪਾਤਸ਼ਾਹੀ ਦੀ। ਕਈ ਸਿੱਖ ਆ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕਰਕੇ ਤਿਆਰ ਬਰ ਤਿਆਰ ਹੋ ਗਏ। ਇੱਥੇ ਫਿਰ ਕੁਝ ਨੌਕਰ ਵੀ ਰੱਖ ਲਏ ਮਹਾਰਾਜ ਸਾਹਿਬ ਜੀ ਆਪਣੇ ਪਾਸ, ਇਹ ਦੀਨੇ ਨਗਰ ਦੇ ਵਿੱਚ। ਤਾਂ ਇਸ ਤਰ੍ਹਾਂ ਕਹਿੰਦੇ ਵੀ ਕੁਝ ਚਾਕਰ ਰਾਖੇ ਕਿਤਕ ਤੈ, ਕੁਝ ਚਾਕਰ ਨੌਕਰ ਰੱਖ ਲਏ ਤੇ ਗੁਰੂ ਸਾਹਿਬ ਜੀ ਆਪਣੇ ਸਿੱਖਾਂ ਸੇਵਕਾਂ ਕੁਝ ਨਿਸ਼ਕਾਮ ਸੇਵਾ ਵਿੱਚ ਹਾਜ਼ਰ ਹੋ ਗਏ।
ਤੇ ਸਤਿਗੁਰੂ ਜੀ ਹੁਣ ਫੇਰ ਘੋੜੇ ਤੇ ਸਵਾਰ ਹੋ ਕੇ ਨਾਲ ਆਪਣੀ ਫੌਜ ਲੈ ਕੇ ਇੱਥੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਸ਼ਿਕਾਰ ਨੂੰ ਚੜ੍ਹਦੇ ਹਨ। ਦੇਸ ਪ੍ਰਸਿੱਧ ਵਿਦੇਸਣ ਸੁਣਤ ਪਏ ਸੁਣ ਸੁਣ ਦਿਸ ਦੇਰੇ। ਦੇਸ਼ਾਂ ਵਿਦੇਸ਼ਾਂ ਵਿੱਚ ਖਬਰਾਂ ਪਹੁੰਚ ਗਈਆਂ ਕਿ ਦੀਨੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਲਵੇ ਵਿੱਚ ਉਤਰੇ ਹੋਏ ਹਨ। ਸਰਗਾਲੂ ਪੁਰ ਭਾਉ ਜੁਤ ਦਰਸ਼ਨ ਗਨ ਆਈ। ਦੇਸ਼ਾਂ ਵਿਦੇਸ਼ਾਂ ਤੋਂ ਜਿੰਨੀਆਂ ਸੰਗਤਾਂ ਹੁਣ ਮਾਲਵੇ ਵਿੱਚ ਆ ਰਹੀਆਂ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ, ਦੀਨੇ ਆ ਰਹੀਆਂ ਹਨ ਭਾਵਨਾ ਧਾਰਨ ਕਰਕੇ। ਵੱਡੀ ਭੀੜ ਹੋਣ ਲੱਗੀ ਲਾਮਾ ਵੱਡ ਪਾਈ। ਬਹੁਤ ਵੱਡੀ ਭੀੜ ਹੋਣ ਲੱਗ ਪਈ ਗੁਰੂ ਸਾਹਿਬ ਜੀ ਦੇ ਆਲੇ ਦੁਆਲੇ, ਤੇ ਸਤਿਗੁਰੂ ਜੀ ਦੇ ਦਰਸ਼ਨਾਂ ਦਾ ਸੰਗਤ ਲਾਭ ਪ੍ਰਾਪਤ ਕਰਨ ਲੱਗੀ। ਕਿਉਂਕਿ ਮਨੁੱਖਾ ਜਨਮ ਵਿੱਚ ਸਭ ਤੋਂ ਵੱਡਾ ਲਾਭ ਹੀ ਇਹ ਆ ਕਿ ਗੁਰੂ ਕੇ ਦਰਸ਼ਨ ਪ੍ਰਾਪਤ ਹੋ ਜਾਣ। ਤਾਂ ਹੀ ਆਖਿਆ ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਤਾਂ ਹੀ ਆਖਿਆ ਇਹ ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ, ਧੰਨ ਸੋ ਦਿਨ ਸੋ ਸੰਜੋਗੜਾ, ਜਿਤ ਡਿਠਾ ਗੁਰ ਦਰਸਾਰ। ਕਿਉਂਕਿ ਮਨੁੱਖਾ ਜਨਮ ਵਿੱਚ ਗੁਰੂ ਕਾ ਦਰਸ਼ਨ ਪ੍ਰਾਪਤ ਹੋ ਗਿਆ ਤੇ ਜੀਵਨ ਸਫਲ ਹੋ ਜਾਵੇਗਾ, ਜੰਮਣਾ ਮਰਨਾ ਕੱਟਿਆ ਜਾਵੇਗਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣ ਆਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ 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 ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ ਦੇਖ ਦੇਖ ਜੀਵਾ, ਗੁਰ ਕਾ ਦਰਸ਼ਨ ਗੁਰ ਕੇ ਚਰਨ ਧੋਏ ਧੋਏ ਪੀਵਾ, ਗੁਰ ਕੇ ਚਰਨ ਧੋਏ ਧੋਏ ਪੀਵਾ, हे गोविंद हे गोपाल हे दयाल लाल, प्राणनाथ अनाथ सखे दीन दर्द निवार, हे समरथ अगम पूरन मोहे मया धार, अंधकूप महापयान नानक पार उतार, आए प्रभ शरणागते कृपा निध दयाल, एक अक्षर हर मन बसत नानक होत निहाल, कथा निता प्रत होत है सुन हो सिंह सुजान, नानक गुर गोबिंद सिंह जी सदा करे कल्याण, नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह।